ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਬਹੁਤ ਸੋਹਣੀ ਗੱਲ ਕਰ ਰਹੇ ਸੀ। ਅਸੀਂ ਇੱਥੇ ਪਹਿਲੇ ਵੀ ਇਹ ਵਾਲੀ ਗੱਲਾਂ ਬੜੀਆਂ ਕੀਤੀਆਂ ਨੇ ਕਿ ਅਗਰ ਕੋਈ ਮਨ ਦਾ ਵਲਵਲਾ ਹੋਏ ਨਾ ਤੇ ਉਸ ਪਰਮਾਤਮਾ ਦੇ ਸਾਹਮਣੇ ਜਾ ਕੇ ਅਰਜ਼ੋਈ ਕਰਨੀ ਹੈ, ਅਰਦਾਸਾਂ ਕਰਨੀਆਂ ਨੇ, ਤਰਲੇ ਕਰਨੇ ਨੇ। ਅਸੀਂ ਉਹਨੂੰ ਹਾਜ਼ਰ ਨਾਜ਼ਰ ਸਹੀ ਸਮਝਦੇ ਨਹੀਂ ਹਾਂ ਅਤੇ ਜਿਸ ਵਜ੍ਹਾ ਨਾਲ ਅਸੀਂ ਅੱਜ ਦੁੱਖ ਪਾ ਰਹੇ ਹਾਂ, ਸਾਨੂੰ ਸੋਲਿਊਸ਼ਨ ਮਿਲਦੇ ਨਹੀਂ ਨੇ। ਅਗਰ ਅੱਜ ਦੀ ਪੌੜੀਆਂ ਦੀ ਗੱਲ ਕਰੀਏ, ਜਿਹੜਾ ਟੌਪਿਕ ਹੈ ਅੱਜ ਦਾ, ਉਹ ਵੀ ਸ਼ਾਇਦ ਇਹਦੇ ਨਾਲ ਜੁੜਿਆ ਹੋਇਆ ਹੀ ਹੈ। ਆਨੰਦ ਸਾਹਿਬ ਦੀ 20 ਪੌੜੀਆਂ ਅਸੀਂ ਪਿਛਲੇ ਸੈਸ਼ਨਸ ਤੱਕ ਕਰ ਚੁੱਕੇ ਹਾਂ। ਆਪ ਜੀ ਚੋਂ ਜਿਨ੍ਹਾਂ ਨੇ ਵੀ ਨਿਊ ਜੁਆਇਨਿੰਗ ਕੀਤੀ ਹੈ, ਬਾਣੀ.net 'ਤੇ ਆਲਰੇਡੀ ਪੁਰਾਣੀ ਜਿਹੜੀਆਂ ਹੈਗੀਆਂ ਨੇ ਪੌੜੀਆਂ, ਉਹਨਾਂ ਦੀ ਵਿਚਾਰ ਉੱਥੇ ਅਵੇਲੇਬਲ ਹੈ ਅਤੇ ਆਪ ਜੀ ਉੱਥੋਂ ਸਾਂਝ ਪਾ ਸਕਦੇ ਹੋ ਪਿਛਲੀ ਪੌੜੀਆਂ ਦੀ। ਮਨ ਨਿਰਮਲ ਦੀ ਗੱਲ ਹੋ ਗਈ ਸੀ 20ਵੀਂ ਪੌੜੀ ਤੱਕ ਆਨੰਦ ਸਾਹਿਬ ਦੇ ਵਿੱਚ। ਜਦੋਂ ਮਨ ਨਿਰਮਲ ਹੋ ਗਿਆ ਹੈ ਨਾ, ਤੇ ਹੁਣ ਸਾਨੂੰ ਸਤਿਗੁਰ ਦੇ ਸਨਮੁਖ ਹੋਣ ਦੀ ਗੱਲ ਹੋ ਰਹੀ ਹੈ 21ਵੀਂ ਪੌੜੀ ਦੇ ਵਿੱਚ। ਸਾਨੂੰ ਇਹ ਸਮਝਣਾ ਹੈ ਕਿ ਸਤਿਗੁਰ ਦੇ ਸਨਮੁਖ ਹੋਣ ਦਾ ਫਾਇਦਾ ਕੀ ਹੈ। ਜਦੋਂ ਅੱਜ ਸਵੇਰੇ ਅਸੀਂ ਤਿਆਰ ਹੋਏ ਸੀ ਨਾ, ਸ਼ੀਸ਼ੇ ਦੇ ਸਾਹਮਣੇ ਗਏ ਸੀ ਅਤੇ ਸ਼ੀਸ਼ੇ ਨੇ ਮੇਰੀ ਡਰੈਸਿੰਗ ਸੈਂਸ ਜਾਂ ਮੇਰੀ ਫੇਸ ਦੇ ਉੱਤੇ ਕੋਈ ਅਗਰ ਦਾਗ ਹੈ ਜਾਂ ਕੋਈ ਨਿਸ਼ਾਨ ਲੱਗਾ ਹੋਇਆ, ਤਾਂ ਸ਼ੀਸ਼ੇ ਨੇ ਸਾਫ਼ ਤਰ੍ਹਾਂ ਦੱਸ ਦਿੱਤਾ ਸੀ ਅਤੇ ਮੈਨੂੰ ਈਜ਼ੀ ਹੋ ਗਿਆ ਸੀ ਜੋ ਵੀ ਮੇਰੇ 'ਚ ਕਮੀ ਸੀ ਮੈਂ ਉਹਨੂੰ ਠੀਕ ਕਰ ਪਾਵਾਂ। ਉਸੇ ਤਰ੍ਹਾਂ ਹੀ ਜਦੋਂ ਅਸੀਂ ਗੁਰੂ ਸਾਹਿਬ ਦੇ ਸਾਹਮਣੇ ਜਾਂਦੇ ਹਾਂ ਨਾ, ਅਤੇ ਗੁਰੂ ਸਾਹਿਬ ਦੀ ਬਾਣੀ ਬਿਲਕੁਲ ਇੱਕ ਸ਼ੀਸ਼ੇ ਦੀ ਤਰ੍ਹਾਂ ਕੰਮ ਕਰਦੀ ਹੈ ਔਰ ਉਹ ਮੈਨੂੰ ਇੱਕ ਸਹੀ ਪ੍ਰਾਰੂਪ ਮੇਰਾ ਦਿਖਾ ਦਿੰਦੀ ਹੈ ਕਿ ਮੇਰੇ 'ਚ ਇਹ ਗਲਤੀ ਹੈ, ਮੈਨੂੰ ਆਪਣੇ 'ਚ ਇਹ ਸੁਧਾਈ ਕਰਨੀ ਹੈ। ਸਾਡੇ ਸਾਰਿਆਂ ਦੇ ਘਰ ਦੇ ਵਿੱਚ ਫਿਲਟਰ ਲੱਗੇ ਹੋਏ ਨੇ। ਪਾਣੀ ਅਗਰ ਗੰਦਾ ਆ ਰਿਹਾ ਹੁੰਦਾ ਹੈ ਨਾ, ਫਿਲਟਰ ਪਾਣੀ ਨੂੰ ਸਾਫ਼ ਕਰ ਦਿੰਦਾ ਹੈ। ਸਿਮਿਲਰਲੀ ਬਾਣੀ ਵੀ ਉਹੀ ਕੰਮ ਕਰ ਰਹੀ ਹੈ। ਜਦੋਂ ਅਸੀਂ 21ਵੀਂ ਔਰ 22ਵੀਂ ਪੌੜੀ ਨੂੰ ਸਮਝਦੇ ਹਾਂ ਨਾ, ਅਤੇ ਉਹਦੇ 'ਚ ਸਾਨੂੰ ਸਮਝ ਆਉਂਦਾ ਹੈ ਕਿ ਫਿਲਟਰ ਮੇਰਾ ਜਿਹੜਾ ਗੰਦਾ ਵਾਲਾ ਪਾਰਟ ਹੈ ਨਾ, ਉਹਨੂੰ ਅਲੱਗ ਕਰ ਦਿੰਦਾ ਹੈ ਔਰ ਮੇਰਾ ਜਿਹੜਾ ਸ਼ੁੱਧ ਪਾਰਟ ਹੈ, ਜੋ ਮੇਰੀ ਆਤਮਾ ਪਰਮਾਤਮਾ ਦਾ ਰੂਪ ਹੈ, ਉਹ ਪ੍ਰਗਟ ਹੋ ਜਾਏਗੀ। ਬਟ ਉਹਦੇ ਵਿੱਚ ਮੈਨੂੰ ਬਾਣੀ ਵਾਲਾ ਜਿਹੜਾ ਫਿਲਟਰ ਹੈ ਨਾ, ਉਹ ਯੂਜ਼ ਕਰਨਾ ਪਏਗਾ। ਅਸੀਂ ਕਰ ਨਹੀਂ ਰਹੇ ਹਾਂ। ਅਸੀਂ ਬਾਣੀ ਨੂੰ ਇੱਕ ਮੰਤਰ ਦੀ ਤਰ੍ਹਾਂ ਤੇ ਪੜ੍ਹ ਰਹੇ ਹਾਂ, ਬਟ ਆਪਣੇ ਜੀਵਨ ਵਿੱਚ ਸ਼ੁਦਾਈ ਕਿਵੇਂ ਆਏਗੀ ਉਸ ਵਾਸਤੇ ਯੂਜ਼ ਹੀ ਨਹੀਂ ਕਰ ਪਾ ਰਹੇ। ਔਰ ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਬਾਣੀ ਤਾਂ ਸਾਰੀ ਪੜ੍ਹਨੇ ਹਾਂ, ਨਿਤਨੇਮ ਵੀ ਸਵੇਰੇ ਕੀਤਾ, ਬਟ ਦਿਨ ਤਾਂ ਉਵੇਂ ਹੀ ਨਿਕਲਦਾ ਹੈ, ਉਹੀ ਮੁਸੀਬਤਾਂ ਦੇ ਵਿੱਚ, ਉਹੀ ਪਰੇਸ਼ਾਨੀਆਂ ਦੇ ਵਿੱਚ, ਉਹੀ ਦੁੱਖਾਂ ਦੇ ਵਿੱਚ। ਮੈਨੂੰ ਸਮਝਣਾ ਪਏਗਾ ਕਿ ਜਿਹੜਾ ਫਿਲਟਰ ਹੈ ਨਾ, ਉਹਨੂੰ ਮੈਂ ਹੀ ਨਹੀਂ ਯੂਜ਼ ਕਰ ਰਿਹਾ, ਕਿਉਂਕਿ ਫਿਲਟਰ ਤਾਂ ਆਪਣਾ ਕੰਮ ਕਰਦਾ ਹੈ। ਮੈਂ ਹੁਣ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ। ਡਾਕਟਰ ਸਾਹਿਬ ਨੇ ਸਾਨੂੰ ਥੋੜ੍ਹੀ ਜਿਹੀ ਬਲੈਸਿੰਗਸ ਹੋਰ ਦਿੱਤੀਆਂ ਨੇ। ਅੱਜ ਅਸੀਂ ਪਹਿਲੇ ਪਾਰਟ ਵਿੱਚ 21ਵੀਂ ਔਰ 22ਵੀਂ ਪੌੜੀ ਸਮਝਾਂਗੇ ਅਤੇ ਸੈਕਿੰਡ ਪਾਰਟ ਦੇ ਵਿੱਚ 23ਵੀਂ ਔਰ 24ਵੀਂ ਪੌੜੀ ਜਿਹੜੀ ਕਰਾਂਗੇ, ਕਿਉਂਕਿ ਉਹ ਚਾਰੋਂ ਪੌੜੀਆਂ ਆਪਸ ਵਿੱਚ ਮਿਲਦੀਆਂ ਜੁਲਦੀਆਂ ਨੇ ਔਰ ਜਿਹੜਾ ਗੁਰੂ ਸਾਹਿਬ ਸੰਦੇਸ਼ ਦੇਣਾ ਚਾਹ ਰਹੇ ਨੇ ਉਹ ਸੇਮ ਹੀ ਆ ਰਿਹਾ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਚਾਰੋਂ ਪੌੜੀ ਦੀ ਵਿਚਾਰ ਅੱਜ ਡਾਕਟਰ ਸਾਹਿਬ ਜੈਸੇ ਜਿਹੜੀ ਵੱਡੀ ਸ਼ਖਸੀਅਤ ਆਉਂਦੀ ਹੈ ਨਾ, ਅਤੇ ਉਹਨਾਂ ਕੋਲ ਜਿੰਨਾ ਮਾਲ ਲੈ ਲਿਆ ਜਾਏ ਉਹ ਥੋੜ੍ਹਾ ਹੀ ਹੁੰਦਾ ਹੈ। ਅਤੇ ਅਸੀਂ ਬੇਨਤੀ ਕਰਾਂਗੇ ਡਾਕਟਰ ਸਾਹਿਬ ਨੂੰ, ਉਹ ਆਉਣਗੇ ਔਰ ਆਪਣੀ ਵਿਚਾਰ ਦੀ ਸਾਂਝ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਚਿਰਾਂ ਬਾਅਦ ਤੁਸੀਂ ਯਾਦ ਕੀਤਾ ਅਤੇ ਮੈਂ ਹਾਜ਼ਰ ਹਾਂ। ਭੁੱਲਾਂ ਚੁੱਕਾਂ ਦੀ ਮਾਫੀ। ਭਾਈ ਸਾਹਿਬ ਮੇਰੇ ਤੋਂ ਪਹਿਲਾਂ ਬਹੁਤ ਸੋਹਣਾ ਆਪਣਾ ਵਿਖਿਆਨ ਦੇ ਰਹੇ ਸਨ, ਮੈਨੂੰ ਆਪਣਾ ਇੰਟਰਸਟ ਵੀ ਸੀਗਾ, ਲੇਕਿਨ ਅਸੀਂ ਨਾ ਯੂਨੀਵਰਸਿਟੀਆਂ ਪੱਧਰ 'ਤੇ ਥੋੜ੍ਹਾ ਜਿਹਾ ਸਾਡਾ ਅਪਰੋਚ ਡਿਫਰੈਂਟ ਹੁੰਦੀ ਹੈ। ਅੱਜ ਤੋਂ ਸਮਝੋ 1972 ਦੀ ਗੱਲ ਹੈ। I was a student of Gurmat College, Patiala.
ਮੈਂ ਗਵਰਨਮੈਂਟ ਜੌਬ ਛੱਡ ਕੇ ਮੈਂ ਐਂਟਰੀ ਕਰ ਜੀਵਨ ਤੇ ਉਹਨਾਂ ਦਾ ਜਿਹੜਾ ਐਪਲੀਕੇਸ਼ਨ ਹੈ, ਉਹਨਾਂ ਦਾ ਲਗਾਓ ਹੈ, ਮੋਟੀਵੇਸ਼ਨ ਹੈ, ਉਹਨਾਂ ਦੀ ਜਿਗਿਆਸਾ ਨੂੰ ਪੂਰਾ ਗੁਜ਼ਾਰਾ ਤੁਹਾਨੂੰ ਉਹ ਕਿਤਾਬਾਂ ਹੈਗੀਆਂ ਯੂਨੀਵਰਸਿਟੀਆਂ ਕੋਲ, ਵਿਦਵਾਨਾਂ ਨੇ ਲਿਖੀਆਂ ਵੀ ਆ, ਲੇਕਿਨ ਉਹ ਤੁਹਾਨੂੰ ਜਿਹੜਾ ਟਾਈਮ ਕੱਢ ਕੇ ਉਹਦੇ ਵਾਸਤੇ ਫਿਰ ਹੋਰ ਮੱਥਾ ਪੱਚੀ ਕਰਨੀ ਪਏਗੀ। ਥੈਂਕ ਯੂ। ਮੱਥਾ ਪੱਚੀ ਕਰਨੀ ਪਊਗੀ, ਲੇਕਿਨ ਥੈਂਕ ਯੂ, ਮੱਥਾ ਪੱਚੀ ਕਰਨੀ ਪਊਗੀ, ਲੇਕਿਨ ਬੜਾ ਅੱਛਾ ਹੈ ਇੰਟਰਸਟ ਲੈਣੇ ਤੋਂ। ਕਹਿਣ ਦਾ ਮਤਲਬ ਇਹ ਸਾਡਾ ਜਿਹੜਾ ਇਹ ਪੱਖ ਹੈ, ਇਹ ਤੁਹਾਡੇ ਪੱਖ ਦੇ ਨਾਲ ਬਹੁਤਾ ਮਿਸ ਨਹੀਂ ਆਉਂਦਾ, ਪਰ ਫਿਰ ਵੀ ਮੈਨੂੰ ਉਹਨਾਂ ਨੇ ਕਿਹਾ, ਮੈਂ ਕਿਹਾ ਭਾਈ ਗੁਰੂ ਅਮਰਦਾਸ ਪਾਤਸ਼ਾਹ ਉੱਪਰ ਤਾਂ ਬਹੁਤ ਕੰਮ ਬਾਕੀ ਆ। 22 ਮੰਜੀਆਂ 52 ਪੀੜੇ ਬੀਬੀਆਂ ਦੇ 52 ਪੀੜੇ ਮਾਰੇ ਨੇ ਛਾਪੇ ਨੇ, ਜਿਹੜੀ ਕਿ ਪ੍ਰਚਾਰ ਦਾ ਸਾਰਾ ਹੈ। ਅਤੇ ਕੁਛ ਵਿਦਵਾਨਾਂ ਨੇ, ਇਤਿਹਾਸਕਾਰਾਂ ਨੇ ਵੀ ਲਿਖਿਆ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਹੜੇ 22 ਮੰਜੀਆਂ ਅਤੇ ਅਕਬਰ ਦਾ ਰਾਜ ਸੀ, ਅਤੇ ਉਹਨਾਂ ਦੇ 22 ਜ਼ਿਲ੍ਹੇ ਸੀ ਹਿੰਦੁਸਤਾਨ 'ਚ, ਉਹ 22 ਜ਼ਿਲ੍ਹਿਆਂ ਦੇ ਨਾਲ ਸਾਡਾ ਕੋਈ ਸਰਕਾਰ ਨੇ ਉਹ ਕਿਸੇ ਦੀ ਇੱਕ ਆਪਣੀ ਅੰਡਰਸਟੈਂਡਿੰਗ ਦੇ ਨਾਲ ਲਿਖ ਦਿੱਤਾ। ਅਤੇ ਗੁਰੂ ਸਾਹਿਬ ਨੇ 22 ਮੰਜੀਆਂ ਜਿਹੜੀਆਂ ਕਾਇਮ ਕੀਤੀਆਂ, ਉਹ ਸੇਵਕ ਭੇਜੇ ਜਿਹੜੇ ਉਹਨਾਂ ਦੇ ਸ਼ਰਧਾਲੂ ਸਨ, ਜੀਵਨ ਵਾਲੇ ਸਨ, ਅਤੇ ਗੁਰਮਤਿ ਦਾ ਪ੍ਰਚਾਰ ਕਰਦੇ ਸਨ। ਅਤੇ ਕਮਾਲ ਦਾ ਉਹਨਾਂ ਨੇ, ਭਾਵੇਂ ਉਹ ਸੇਵਕ ਪ੍ਰਮੋਟ ਹੋ ਕੇ ਫਿਰ ਮਸੰਦ ਬਣ ਗਏ, ਮਸੰਦਾਂ ਦੇ ਵਿੱਚ ਗਿਰਾਵਟ ਆ ਗਈ, ਉਹ ਫਿਰ ਬੰਦ ਵੀ ਕਰਨੇ ਪਏ। ਉਹ ਸਾਰਾ ਸਿਸਟਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸੰਦਾਂ ਨੂੰ ਕਿਹਾ, ਹੁਕਮਨਾਮੇ ਜਾਰੀ ਕਰ ਦਿੱਤੇ ਕਿ ਤੁਸੀਂ ਹੁਣ ਮਸੰਦਾਂ ਤੋਂ ਕੋਈ ਵੀ ਲਿੰਕ ਨਹੀਂ ਰੱਖਣਾ, ਕਿ ਇਹ ਮਸੰਦ ਜਿਹੜੇ ਨੇ ਕਰਪਟ ਹੋ ਚੁੱਕੇ ਨੇ। ਤੋ ਕਹਿਣ ਦਾ ਮਤਲਬ ਹੈ ਇਹ ਜਿਹੜੀ 22 ਮੰਜੀਆਂ 52 ਪੀੜੇ ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਨੈਟਵਰਕ ਸੀਗਾ। ਗੁਰੂ ਪਾਤਸ਼ਾਹ ਦਾ ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਨੈਟਵਰਕ ਸੀਗਾ, ਜਿਹੜਾ ਕਿ ਬਹੁਤ ਹੀ ਬੜਾ ਸੋਲਿਡ, ਪ੍ਰਭਾਵਸ਼ਾਲੀ, ਕਿਉਂ ਉਹ ਜੀਵਨ ਵਾਲੇ ਸੀ। ਉਹਨਾਂ ਦੇ ਜਿਹੜੇ ਸੇਵਕ ਸੀਗੇ ਨਾ, ਅਤੇ ਉਹ ਮੰਜੀਆਂ ਦੇ, ਮੰਜੀ ਦਾ ਮਤਲਬ ਜਾਂ ਤਾਂ ਗੁਰੂ ਬੈਠ ਸਕਦਾ ਸੀ ਜਦੋਂ ਕਦੀ ਆਉਂਦਾ ਸੀ ਉਸ ਏਰੀਏ 'ਚ, ਜਾਂ ਪਸੰਦ ਮੰਜੀਦਾਰ ਜਿਹੜਾ ਸੀਗਾ ਉਹ ਬੈਠ ਸਕਦਾ ਸੀ, ਦੋਨੋਂ ਅਧਿਕਾਰੀ ਸਨ। ਨਹੀਂ ਤਾਂ ਪਾਰੀ ਸਾਰੀ ਸੰਗਤ ਥੱਲੇ ਬੈਠਦੀ ਸੀ, ਤਾਂ ਇੰਨਾ ਸਤਿਕਾਰ ਸੀ ਮੰਜੀ ਦਾ। ਫਿਰ ਉਹਨਾਂ ਦੇ ਸਾਲ 'ਚ 2 ਵਾਰੀ ਕੰਮ ਹੁੰਦੇ ਸੀ। ਦਸਵੰਧ ਭੇਟਾ ਉਦੋਂ ਕਿਹੜੇ ਸਾਧਨ ਸੇ ਤੁਸੀਂ ਜਾ ਕੇ ਦਸਵੰਧ ਅੰਮ੍ਰਿਤਸਰ ਦੇ ਦਿਓ ਜਾਂ ਗੋਇੰਦਵਾਲ ਸਾਹਿਬ ਦੇ ਦਿਓ, ਲੇਕਿਨ ਦਸਵੰਧ ਜਿਹੜਾ ਸੀ ਉਹ ਜਿਹੜੇ ਮਸੰਦ ਮੰਜੀਦਾਰ ਸੀਗੇ ਉਹ ਇਕੱਠਾ ਕਰਦੇ ਸੀ, ਸਾਲ 'ਚ 2 ਵਾਰੀ ਆਉਂਦੇ ਸੀ, ਅਤੇ ਉਹ ਗੁਰੂ ਅਮਰਦਾਸ ਪਾਤਸ਼ਾਹ ਨੂੰ ਉਹ ਮਤਲਬ ਜਿਹੜੇ ਮੰਜੀਦਾਰ ਸੀ ਉਹ ਆਪਣਾ ਦੇ ਸਨ। ਤਾਂ ਮੰਜੀਆਂ ਦਾ ਮਸੰਦ ਸਿਸਟਮ ਇੰਨਾ ਕਾਮਯਾਬ ਰਿਹਾ, ਅਤੇ ਉਹ ਦੇਖ ਲਓ ਸਿੱਖੀ ਨੂੰ ਫੈਲਾਉਣ ਵਾਸਤੇ ਬਹੁਤ ਹੀ ਕਾਮਯਾਬ ਸੀ। ਤਾਂ ਐਨੀ ਹੋ ਹੁਣ ਆਪਾਂ ਇੱਧਰ ਆਈਏ ਥੋੜ੍ਹਾ ਜਿਹਾ ਕਿ ਉਹ ਜਿਹੜੇ ਮੰਜੀਦਾਰ ਸੀਗੇ ਉਹ ਗੁਰੂ ਸਾਹਿਬ ਨਾਲ ਜੁੜੇ ਹੋਏ ਸੀਗੇ? ਨਹੀਂ, ਕਦੀ ਕਿਤਾਈ ਆਉਂਦੇ ਸੀ, ਪੈਦਲ ਟੁੱਟ ਕੇ ਆਉਣਾ ਹੁੰਦਾ ਸੀ। ਗੋਇੰਦਵਾਲ ਸਾਹਿਬ ਦਾ ਜਦੋਂ ਕੱਢ ਟੁੱਟਿਆ ਹਾਂ ਉਹਦਾ, ਅਤੇ ਸਰੋਵਰ ਉਹ ਉੱਥੇ ਮਹਾਰਾਜ ਨੇ ਸਾਰਾ ਸਾਧਨ ਬਣਾ ਦਿੱਤਾ ਇਸ਼ਨਾਨ ਕਰਨ ਦਾ, ਲੋਕਾਂ ਦੀ ਸੰਗਤ ਦਾ, ਪਾਠ ਪੂਜਾ ਦਾ, ਸਿਮਰਨ ਦਾ। ਅਤੇ ਜਿੱਦਾਂ ਜਿੱਦਾਂ ਉਹਨਾਂ ਦੀ ਸੰਗਤ ਆਉਂਦੀ ਗਈ, ਅਤੇ ਇਹਦਾ ਇੱਕ ਸੀਕੁਐਂਸ ਹੈ ਜਪਜੀ ਸਾਹਿਬ, ਬਾਕੀ ਜਿਹੜੀਆਂ 5 ਬਾਣੀਆਂ ਸਾਡੀਆਂ, ਉਹਨਾਂ ਦੇ ਸਿੱਖ ਦੇ ਜੀਵਨ ਦੇ ਨਾਲ ਇੱਕ ਐਸਾ ਲਿੰਕ ਹੈ ਜਿਹੜਾ ਆਸਤੇ ਆਸਤੇ ਉਹਨੂੰ ਜੀਵਨ ਨੂੰ ਢਾਲ ਕੇ ਉੱਥੇ ਤੱਕ ਪਹੁੰਚਾਉਂਦਾ। ਤੋ ਇੱਥੇ ਹਰ ਪੌੜੀ ਦੇ ਵਿੱਚ, ਹਰ ਪੌੜੀ ਦਾ ਜਿਹੜਾ ਅਰਥ ਹੈ ਸਿੰਪਲ ਭਾਸ਼ਾ ਵਿੱਚ, ਉਸ ਵਕਤ ਦੀ ਜਿਹੜੀ ਸਪੀਕਿੰਗ ਲੈਂਗੁਏਜ ਸੀ, ਗੁਰਮੁਖੀ ਨਹੀਂ ਸੀ ਪੂਰੀ ਉਹ ਹਿੰਦੀ ਨਵਾਸ਼ੋਰ ਥੋੜ੍ਹੇ ਸ਼ਬਦ ਆ ਗਏ, ਉਰਦੂ ਦੇ ਵੀ ਸ਼ਬਦ ਸੇ, ਹਿੰਦੀ ਦੇ ਵੀ ਸ਼ਬਦ। ਤੋ ਉਹ ਮਹਾਰਾਜ ਨੇ ਪ੍ਰਚਾਰ ਦੇ ਸਾਧਨ ਬਣਾਏ, ਅਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਜਿਹੜੀ ਆ ਇੱਕ ਆਨੰਦ ਸਾਹਿਬ ਦੇ ਤੌਰ 'ਤੇ ਦਰਜ ਹੋਈ। ਅਤੇ ਇਹ ਤੁਸੀਂ ਵੇਖਣ ਵਾਲੀ ਗੱਲ ਹੈ, ਖਾਲੀ ਗੁਰੂ ਸਾਹਿਬ ਨੇ ਬਾਣੀ ਰਚ ਕੇ ਉੱਥੇ ਗੋਇੰਦਵਾਲ ਸਾਹਿਬ ਆਪਣਾ ਕੇਂਦਰ ਬਣਾ ਕੇ ਨਹੀਂ ਗੱਲ ਕੀਤੀ। ਤੁਸੀਂ ਵੇਖੋਗੇ ਕਿ ਗੁਰੂ ਸਾਹਿਬ ਨੇ ਜਿਹੜੇ ਆਪਣੇ ਸੋਰਸਿਸ ਸੀਗੇ, ਉਹਨਾਂ ਦੇ ਰਾਹੀਂ ਕਿੱਦਾਂ ਉਹ ਆਪਣੇ ਮੰਜੀਦਾਰਾਂ ਨਾਲ ਸੰਪਰਕ ਰੱਖਦੇ ਸੀ, ਅਤੇ ਕਿੱਦਾਂ ਉਹਨਾਂ ਦਾ ਜੀਵਨ ਦਾ ਨੈਟਵਰਕ ਚੱਲਦਾ ਸੀ। ਉਹਦੇ ਵਿੱਚ ਉਹਨਾਂ ਨੂੰ ਉਸ ਤੋਂ ਬਾਣੀ ਹੱਥੀਂ ਲਿਖੀ ਜਾਂਦੀ ਸੀ, ਬਾਣੀ ਪ੍ਰਿੰਟ ਹੋਣ ਦੇ ਕੋਈ ਸਾਧਨ ਨਹੀਂ ਸੀ। ਅੱਜ ਕੱਲ੍ਹ ਤਾਂ ਸਾਰਾ ਇਸ ਚੀਜ਼ ਰਿਕਾਰਡ ਮੋਬਾਈਲ ਦੇ ਵਿੱਚ ਆ ਗਿਆ, ਤਾਂ ਬੜਾ ਐਡਵਾਂਸ ਟੈਕਨੋਲੋਜੀ ਹੋ ਗਈ ਆ। ਤਾਂ ਇਸ ਲਈ ਆਪਾਂ ਜਿਹਨੂੰ ਇਹ ਲੈ ਕੇ ਚੱਲਣਾ ਪਏਗਾ। ਮੇਰੇ ਤੋਂ ਪਹਿਲੇ ਜਿਹੜੇ ਗੁਰਮੁਖ ਸੱਜਣ ਸਵੇਰੇ ਬੋਲਦੇ ਸੀ ਅਤੇ ਗੁਰਬਾਣੀ ਪੜ੍ਹਾ ਰਹੇ ਸੀ, ਬੜੀ ਅੱਛੀ ਗੱਲ ਸੀ, ਪਰ ਉਹ ਤੁਹਾਨੂੰ ਨਾਲ ਚੇਤੇ ਰਹਿਣੀ ਚਾਹੀਦੀ ਆ। ਲਗ ਮਾਤਰ ਕਿੱਥੇ ਲੱਗਦੀ ਆ, ਇੱਥੇ ਲਗ ਮਾਤਰ ਦੇ ਨਾਲ ਅਰਥ ਕਿੱਦਾਂ ਬਦਲ ਜਾਂਦੇ ਆ। ਤਾਂ ਉਹ ਅਰਥ ਜਿਹੜੇ ਆ ਬੜਾ ਚੰਗਾ ਉਦਮ ਹੈ, ਜੇ ਤੁਸੀਂ ਕਰ ਸਕਦੇ ਹੋ, ਸਿੱਖ ਸਕਦੇ ਹੋ, ਆਈ ਥਿੰਕ ਇਟ ਇਜ਼ ਬੈਟਰ। ਅਦਰਵਾਈਜ਼ ਤੁਸੀਂ ਐਜ਼ ਇੱਕ ਸਧਾਰਨ ਜੀਵਨ ਵਾਲੇ ਵਿਅਕਤੀ, ਸ਼ਰਧਾਵਾਨ, ਜਿਗਿਆਸੂ ਸਿੱਖ ਇਤਿਹਾਸ, ਉਹਦਾ ਗੁਰਬਾਣੀ ਨਾਲ ਸੰਦਰਭ ਕੀ ਆ,
तो वो जिहड़ा हैगा तुहानूं ज़्यादा लोड़ है। तो मैं चाहना जी सदके पढ़ो, जी सदके सीखो और वो नोट्स भी लो, तो उन्होंने तो कोई रिटन मैटर हैगा वो भी लै लो, नहीं तो बाजार चों मैनूं पता नहीं मिलता, साढ़े पटियाले तो पॉसीबल हैगा, वो सानूं स्टूडेंट नूं नाल देना पैंदा। तो हुण गल बड़ी साफ आ। तो गुरबाणी दे विच जिहड़ा एक सीक्वेंस चलदा ਉਹਦਾ मैं जिद्दां हुण तुहानूं जपजी साहब दस्सिया कि पहला महाराज ने क्वेश्चन मारिया कि सचियारा किद्दां बनना। सचियारा मतलब एक दुनियावी तौर पर सच बोलने वाला बंदा नहीं है, वो जीवन की एक ऐसी पद्धति है, लाइफ स्टाइल है, वे ऑफ लाइफ है, वे ऑफ अंडरस्टैंडिंग है कि जिहड़ा सानूं सचियार व्यक्ति बनाउण लई घालनी पैंदी है। ਉਹਦੇ ਵਿੱਚ ਸਾਡਾ ਨੇਤਾ ਪ੍ਰਤੀ ਸ਼ਰਧਾ, ਡਿਵੋਸ਼ਨ, ਡੈਡੀਕੇਸ਼ਨ ਐਂਡ ਅਚੀਵਮੈਂਟ, ਤਿੰਨ ਗੱਲਾਂ ਅਸੀਂ ਉਹਨੂੰ ਲੈ ਕੇ मन चित्त राम नाम चितारे, मन करके चित्त करके, जैसे मन करके सिर्फ चितारते हैं ना, वो एक स्टैप है। चेतना में जाना चाहिए, वो अर्थ चेतना में जाने चाहिए आ, वो चेतना में कायम रहनी चाहिए आ। उन्होंने एक दिन नहीं, उन्होंने नेता प्रति रिपीट करना चाहिए। असीं पाठ क्यों करते हैं? उन्ना समा साढ़े जिहड़े ज्ञान इंद्रे ने ते कर्म इंद्रे, आनंद साहब की बाणी विच, आनंद साहब की बाणी में ज्ञान इंद्रियों के बारे, कर्म इंद्रियों के बारे बहुत सुंदर व्याख्या की गई है। ये सरवणों मेरो सच्चे सुनने को पठाए, ये जीव आत्मा अटल किया। तो तेरा ये मतलब जो जीवन ना, जीवन को टच किया महाराज ने कि तेरा जीवन व्यर्थ जा रहा, इनू संभाल। तो जाप सॉरी आनंद साहब की बाणी के एक उस आनंद व्यक्ति को प्राप्त करने लई जिहड़ी अवस्था के वास्ते स्टैप बाय स्टैप जाने की लोड़ है। गुरु अमरदास पातशाह ने देखो पहला कितनी बारी गंगा गए, हाँ इतिहास दसदा, तो इन्नी बारी गंगा गए। पूर्व जन्म के जदों शुभ कर्मां का अंकुर फुटदा तो किसी ऐसे व्यक्ति नाल भेंट हुंदी आ, वो बंदे नूं टच हो जाता, जीवन का टर्निंग पॉइंट आ जाता कि उन्होंने गुरु की भाल की लोड़ पई। तो गुरु की भाल की लोड़ पई तो गुरु रामदास सॉरी गुरु अर्जन मतलब अंगद साहब की पनीत जी सी, वो बेटी शब्द पढ़ रही सी सवेरे सवेरे। जो उन्होंने सुनिया, मन को टच किया, पूछया, उत्थे पहुँच गए तो गुरु अमरदास पातशाह के कोल पहुँच गए। तुसीं वेखो उत्थे गए, उत्थे जोगे रह गए, मुड़ के नहीं आए फिर। तो ये है कमिटमेंट, वचनबद्धता, टोटली डिवोशन एंड डेलीकेशन एंड अपना टर्निंग पॉइंट ऑफ द लाइफ। तो 64 साल की उम्र है, दरिया ब्यासा तो गागर भर के लियानी, तुसीं अज करके देखो किन्ने मुश्किल, साढ़े कोई नहीं एडवांस सिस्टम ने, असी नहीं कर सकते। उन्होंने लिखा भी मतलब हुण ये जिंदगी का जो बाकी समा मैनू गुरु मिल गया तो मैं उन्होंने प्रति अपनी डेडिकेशन डिवोशन समर्पित करनी है। तो ये जोड़े वो जीवन का सबना है। जदों वो फिर घटना घटी, फिर भाना वरत्या तो वो जी अपना किली में फस के डिग पे, तो वो जलाही ने कहा ये अमरू ने थामा होना, सवेरे सवेरे उन्होंने कुड़मा दे जाके ये पानी लैके ढो के आउंदा। तो महाराज नूं हाँ गुरु अंगद पातशाह नूं सारी गल पहुँच गई सी, उन्होंने तो बिना ही। तो उन्होंने कहा भी अज तो बाद इन्हों थामा नहीं रहना, इन्हों थाम वाले बना लेना। तुसीं इमेजिन करो कित्थों चलती है गाड़ी। 11 बख्शिशां दित्तियां गुरु अंगद पातशाह ने, 11 बख्शिशां, नाले गुरगद्दी दित्ती, नाले 11 बख्शिशां उन्होंने दित्तियां कि आ निथामे ने थाम। तो वो बीबी जी सी जिन्हें शराब दिता सी या ताना मेरा मानिया सी, वो हालत थोड़े इतिहास में दसदी है कि वह की हालत होया। माफ़ी मंगे, छुट्टी, तो उत्थे महाराज ने वो जगह भी बनाती। तो कहने का मतलब ये टर्निंग पॉइंट सी जो पिछले शुभ कर्मां का अंकुर फुटदा तो गुरु नाल भेंट हुंदी आ। तो ये जिहड़ियां घटनावां ने ये गुरबाणी च घट आउंदियां, संकेत मात्र आउंदियां, इतिहास में ज़्यादा ने, गुरबाणी च संकेत मात्र आउंदियां, वो सानूं लभ के हाईलाइट करने की लोड़ है। तो ये गल्लां मैं देखूँ अगले गुरु साहब के वेले भी तुसीं वेखोगे, गुरु रामदास पातशाह के वेले किस तरह दीयां गल्लां, इतिहास की कहंदा, रिश्तेदारी की कहते हैं, लेकिन परवाह नहीं की, साफा सिर ते बन्ने टोकरी ढोक रहे हैं।
ਤੋ ਉਹ ਕਹਿੰਦੇ ਸਾਡੀ ਤੁਸੀਂ ਬੇਇੱਜ਼ਤੀ ਕਰਾਤੀ, ਉਹਨਾਂ ਦੇ ਚਾਚੇ ਤਾਏ ਆਏ। ਤੋ ਕਹਿਣ ਦਾ ਮਤਲਬ ਆ ਇਹ ਘਟਨਾਵਾਂ ਇਤਿਹਾਸ ਦੇ ਵਿੱਚ ਹੁੰਦਿਆਂ ਹੋਇਆਂ ਵੀ ਇਹਦਾ ਇੱਕ ਮੀਨਿੰਗ ਜਿਹੜਾ ਧਾਰਮਿਕ ਪੱਖ 'ਤੇ ਮੀਨਿੰਗ ਹੈ ਉਹ ਸਾਨੂੰ ਹਾਈਲਾਈਟ, ਉਹ ਗੁਰਬਾਣੀ ਦੇ ਵਿੱਚ ਹੈਗਾ ਲੇਕਿਨ ਸੰਕੇਤ ਹੈ, ਅਤੇ ਉਹ ਸਾਨੂੰ ਹਾਈਲਾਈਟ ਕਰਨ ਦੀ ਲੋੜ ਹੈ, ਉਹਨੂੰ ਸਮਝਣ ਦੀ ਲੋੜ ਹੈ। ਸਮਝਣ ਤੱਕ ਨਹੀਂ ਸੀਮਤ ਨਹੀਂ, ਉਹਨੂੰ ਜੀਵਨ 'ਚ ਅਪਣਾਉਣ ਦੀ ਵੀ ਲੋੜ ਹੈ, ਜੀਵਨ 'ਚ ਅਪਣਾਉਣ ਦੀ ਵੀ ਲੋੜ ਹੈ। ਇਸ ਲਈ ਇਹ ਗੱਲਾਂ ਗੁਰਬਾਣੀ ਸਾਨੂੰ ਇਹੀ ਦੱਸਦੀ ਹੈ। ਤੋ ਇਸ ਲਈ ਮਤਲਬ ਇਹ ਦੇਖਣ ਦੀ ਲੋੜ ਹੈ ਕਿ ਮਤਲਬ ਅਸੀਂ ਜਦੋਂ ਜੀਵਨ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਦਾ ਫੇਸ ਕਰਦੇ ਹਾਂ ਤਾਂ ਸਾਨੂੰ ਇੱਕ ਅੰਦਰੋਂ ਸਕੂਨ ਮਿਲਦਾ ਕਿ ਅਸੀਂ ਕੁਝ ਪ੍ਰਾਪਤ ਕੀਤਾ। ਇਹ ਪਿਛਲੇ ਕਰਮਾਂ ਦਾ ਅੰਕੁਰ ਫੁੱਟਿਆ, ਚੰਗੇ ਗੁਰੂ ਘਰ ਦੇ ਨਾਲ ਸਾਡੀ ਲਗਾਓ ਪੈਦਾ ਹੋਇਆ, ਅਤੇ ਅਸੀਂ ਆਪਣਾ ਇਸ ਜੀਵਨ ਨੂੰ ਅੱਗੇ ਕਮਾਈ ਕਰਨ ਦੇ ਵਾਸਤੇ ਸਾਨੂੰ ਇੱਕ ਸਕੋਪ ਮਿਲਦਾ। ਮੈਂ ਜ਼ਿਮੀਂਦਾਰਾਂ ਦਾ ਪੁੱਤਰ ਸੀਗਾ, BA 'ਚ ਪੜ੍ਹਦਾ ਸੀ, ਅਤੇ ਸ਼ਾਮ ਨੂੰ ਘਰ ਦਾ ਕੰਮ ਕਰਕੇ ਅਤੇ ਗੁਰਦੁਆਰੇ ਆ ਜਾਣਾ। ਇਹ ਬਾਬਾ ਜੀ ਰਹਿਰਾਸ ਦਾ ਪਾਠ ਕਰਦੇ ਹੁੰਦੇ ਸੀ। ਹੁਸ਼ਿਆਰਪੁਰ ਮੇਰਾ ਡਿਸਟ੍ਰਿਕਟ ਹੈ, ਪਿੰਡ ਹੈ। ਸਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਉਹ ਸਾਡੀ ਪਿੰਡ ਦੀ ਪਹਿਲੀ ਇਕੱਠੀ ਹੈ। ਅਤੇ ਮੈਂ ਗੁਰਦੁਆਰੇ ਜਾ ਵੜਨਾ ਹੱਥ ਪੈਰ ਧੋ ਕੇ ਰਹਿਰਾਸ ਦੇ ਪਾਠ ਦੇ ਵੇਲੇ, ਅਤੇ ਬਾਬਾ ਜੀ ਮੈਨੂੰ ਨਾ ਪ੍ਰਸ਼ਾਦ ਤਾਂ ਦਿੰਦੇ ਸੀ ਪਰ ਥੋੜ੍ਹਾ ਜ਼ਿਆਦਾ ਦਿੰਦੇ ਸੀ ਬਾਕੀਆਂ ਨਾਲੋਂ। ਥੋੜ੍ਹੀ ਸੰਗਤ ਥੋੜ੍ਹੀ ਸੀ, ਲੇਕਿਨ ਸ਼ਾਮ ਨੂੰ ਜਿਹੜਾ ਪ੍ਰਸ਼ਾਦ ਦਿੰਦੇ ਸੀ ਅਤੇ ਮੈਨੂੰ ਕਿਹਾ ਬਈ ਪ੍ਰਸ਼ਾਦ ਚੰਗਾ ਮਿਲਦਾ, ਫਿਰ ਰੋਜ਼ ਆਪਾਂ ਹੋਰ ਵੀ ਗੇਤੀ ਹੈ। ਤੋ ਕਹਿਣ ਦਾ ਮਤਲਬ ਹੈ ਅਲਟੀਮੇਟਲੀ ਬਾਬਾ ਜੀ ਕਹਿੰਦੇ ਅੱਜ ਕੱਲ੍ਹ, ਮੈਂ ਕਿਹਾ ਜੀ ਮੈਂ ਤਾਂ BA 'ਚ ਪੜ੍ਹਦਾ ਅਤੇ ਮੈਂ ਨਾਲ ਘਰ ਦਾ ਕੰਮ ਕਰਨਾ ਪੈਂਦਾ, ਖੇਤੀਬਾੜੀ ਆ, ਜ਼ਿਮੀਂਦਾਰ ਕਰਦੇ ਹਾਂ। ਕਹਿੰਦੇ ਤੂੰ ਰੋਜ਼ ਸ਼ਾਮ ਨੂੰ ਆਇਆ ਕਰ। ਸਤਵਚਨ ਜੀ ਉਹ ਸੰਸਕ੍ਰਿਤ ਦੇ MA ਮਤਲਬ ਡਿਗਰੀ ਸੀ ਉਹਨਾਂ ਦੀ, ਜਿਹਨੂੰ ਅਸੀਂ ਸ਼ਾਸਤਰੀ ਕਹਿੰਦੇ ਹਾਂ। ਪਾਕਿਸਤਾਨ ਤੋਂ ਆਏ ਸੀ ਮਹਾਂਪੁਰਸ਼ਾਂ ਨੇ, ਵੱਡਿਆਂ ਨੇ, ਉਹਨਾਂ ਨੇ ਭੇਜਿਆ ਉੱਥੇ ਬਨਾਰਸ, ਅਤੇ ਉੱਥੋਂ ਉਹਨਾਂ ਨੇ ਸੰਸਕ੍ਰਿਤ ਦੀ ਡਿਗਰੀ MA ਦੀ, ਜਿਹਨੂੰ ਸ਼ਾਸਤਰੀ ਕਹਿੰਦੇ ਆ, ਉੱਥੋਂ ਕਰੀ। ਅਲਟੀਮੇਟਲੀ ਉਹਨਾਂ ਨੇ ਆ ਕੇ ਡੇਰਾ, ਸਾਡੇ ਪਿੰਡ 'ਚ ਜ਼ਮੀਨ ਵੀ ਫਰੀ ਮਿਲੀ, ਸੰਗਤ ਦੀ ਵੀ ਜੋੜਨੀ ਸੀ, ਪਰ ਉਹਨਾਂ ਦਾ ਉਹ ਸੰਸਕ੍ਰਿਤ ਦਾ ਜਿਹੜਾ ਵਿਦਵਾਨ ਗਿਆਨ ਸੀਗਾ ਉਹ ਬੰਦੇ ਨੂੰ ਲੱਭਦੇ ਸੀ ਕਿ ਸਾਡਾ ਜਿਹੜੇ ਬੰਦੇ ਅੱਗੇ ਅਸੀਂ ਤਿਆਰ ਕਰਨੇ ਉਹ ਚੁੱਕੇ ਹੁਣ। ਅਤੇ ਮੈਂ ਚਲੋ ਮੈਂ ਪ੍ਰਸ਼ਾਦ ਲੈਣ ਦੇ ਲਾਲਚ ਵਿੱਚ ਰੋਜ਼ ਜਾਣਾ ਸ਼ੁਰੂ ਹੋਇਆ। ਮੈਨੂੰ ਕਹਿੰਦੇ ਫਿਰ ਟਾਈਮ ਕੱਢਿਆ ਔਰ ਸ਼ਾਮ ਨੂੰ ਮੈਂ ਕਿ ਸਤਵਚਨ, ਅਤੇ ਕਹਿੰਦੇ ਪਾਠ ਸ਼ੁਰੂ ਕਰੋ, ਸਹਿਜ ਪਾਠ ਜਿਹੜਾ ਸਿੱਖਣਾ, ਸੰਥਿਆ ਸ਼ੁਰੂ ਕਰੋ। ਮੈਂ ਜੀ ਸਤਵਚਨ। ਅਤੇ ਜਦੋਂ ਮੈਂ ਆਪਣੀ ਸੰਥਿਆ ਸ਼ੁਰੂ ਕਰ ਲਈ, ਪਾਠ ਦਾ ਭੋਗ ਪੈ ਗਿਆ, ਕੁਛ ਆਪਣੇ ਅਭਿਆਸ ਕੀਤਾ, ਕੁਛ ਸਿੱਖ ਲਈ, ਕੁਛ ਨਾ ਸਿੱਖੀ, ਫਿਰ ਕੁਛ ਪੁੱਛ ਲੈਂਦੇ ਸਾਂ। ਮਤਲਬ ਮੈਂ ਗੌਰਮੈਂਟ 'ਚ ਜੋਬ ਸੀ ਮੇਰੇ ਕੋਲ, ਬੈਂਕਾਂ ਦਾ ਮੈਂ ਆਡਿਟ ਕਰਦਾ ਹੁੰਦਾ ਸੀਗਾ, ਖਾਤਾ ਬਈ। ਤੋ ਹਰ ਬੈਂਕ 'ਚ ਘੁਟਾਲਾ, ਹਰ ਬੈਂਕ ਦੇ ਵਿੱਚ ਕਰਪਸ਼ਨ, ਲੈਣ ਦੇਣ ਦੇ ਝਗੜੇ ਝੰਡੜ, ਬੈਂਕ 'ਚ ਕਰਜ਼ਾ ਮੋੜਿਆ ਨਹੀਂ, ਮੁੜ ਕੇ ਫੇਰ ਇਸ਼ੂ ਕਰਾ ਲਿਆ। ਉੱਥੇ ਸ਼ਰਾਬ ਦੇ ਮਿੱਟੀ ਚੱਲਦਾ ਹੁੰਦਾ ਸੀ। ਸਾਰੀ ਤਹਿਸੀਲ ਦੀ ਮੇਰੇ ਕੋਲ ਜੋਬ ਸੀ, ਸਾਰੀ ਤਹਿਸੀਲ ਦੀ। 12 ਸਬ ਇੰਸਪੈਕਟਰ ਸੀ ਮੇਰੇ ਕੋਲ, ਅਤੇ 2 ਸਬ ਇੰਸਪੈਕਟਰ ਮੇਰੇ ਨਾਲ ਸੀ, 12 ਬਾਕੀ 10 ਇੰਡੀਪੈਂਡੈਂਟ ਸੀ। ਅਤੇ ਮੈਂ ਜਿੱਥੇ ਜਾਵਾਂ ਪਾਰਟੀਆਂ ਨੇ ਸਪੈਸ਼ਲ ਆਡਿਟ ਦੱਸਿਆ ਹੁੰਦਾ, ਸਪੈਸ਼ਲ ਆਡਿਟ ਕਰਾਉਣਾ ਜੀ, ਪਹਿਲਾਂ ਘਪਲਾ ਜਿਹੜਾ ਉਹ ਕੱਢੇ, ਉਹਨਾਂ ਨੂੰ ਦੱਸਿਆ ਨਹੀਂ, ਉਹ ਵਿੱਚੇ ਗੋਲ ਮੋਲ ਕਰ ਗਿਆ। ਮੈਂ ਕਿਹਾ ਬਾਬਾ ਜੀ ਮੈਂ ਤਾਂ ਜੋਬ ਨਹੀਂ ਕਰਨੀ ਇਹ। ਮਹਾਂਪੁਰਸ਼ਾਂ ਕੋਲ ਮੈਂ ਗਿਆ ਜਿੱਥੇ ਸੰਥਿਆ ਲਈ ਸੀ। ਮੈਂ ਕਿਹਾ ਮੈਂ ਜੋਬ ਨਹੀਂ ਕਰਨੀ ਇਹ। ਕਹਿੰਦੇ ਕਿਉਂ? ਬਾਪੂ ਜੀ ਗੁੱਸੇ ਹੋਣਗੇ। ਮੈਂ ਕਿਹਾ ਬਾਪੂ ਨੂੰ ਮੈਨੂੰ ਜੋਬ ਤਾਂ ਲੈ ਕੇ ਨਹੀਂ ਦਿੱਤੀ, ਮੈਂ ਆਪਣੇ ਬਲਬੂਤੇ 'ਤੇ ਮੇਰੇ ਪਾਸ ਇਕਨੋਮਿਕਸ ਸੀ, ਗ੍ਰੈਜੂਏਸ਼ਨ ਦੇ ਵਿੱਚ ਮੈਂ ਬੈਂਕਾਂ ਦਾ ਆਡਿਟ ਕਰਨ ਵਾਸਤੇ ਮੈਨੂੰ ਲੱਗ ਗਿਆ। ਅਲਟੀਮੇਟਲੀ ਮੈਂ 1 ਮੰਥ ਨੋਟਿਸ ਦੇ ਦਿੱਤਾ। ਉੱਧਰ ਪਟਿਆਲਾ ਯੂਨੀਵਰਸਿਟੀ ਦੇ ਗੌਰਮੈਂਟ ਕਾਲਜ ਜਿਹੜਾ ਖੋਲ੍ਹ ਦਿੱਤਾ, ਉਹਨਾਂ ਅਫੀਲੀਏਟ ਕਰ ਦਿੱਤਾ। ਸਿਰਫ 10 ਸੀਟਾਂ ਸੀਆਂ, ਉਹ 'ਚ ਮੈਂ ਐਡਮਿਸ਼ਨ ਲੈ ਲਿਆ। ਉਸ 'ਚ ਐਡਮਿਸ਼ਨ ਲੈ ਕੇ ਮੈਂ 10 ਸਟੂਡੈਂਟ ਦੇ ਵਿੱਚੋਂ ਮੈਂ ਫਿਰ ਵੀ ਮੈਂ ਐਕਟਿਵ ਸੀ ਉੱਥੇ ਪ੍ਰੈਕਟੀਕਲ ਲਾਈਫ ਸੀ। ਉੱਠ ਕੇ ਇਸ਼ਨਾਨ ਕਰਨਾ, ਪਾਠ ਕਰਨਾ, ਗੁਰਦੁਆਰਾ ਵਿੱਚੇ ਸੀ, ਸੰਤਾਂ ਦਾ ਡੇਰਾ ਸੀ, ਡੇਰਾ ਬਾਬਾ ਉਹ ਮਹਾਰਾਜਾ ਪੈਲੇਸ ਦੇ ਪਿਛਲੇ ਪਾਸੇ ਆ, ਅਤੇ ਉਹ ਡੇਰਾ ਸੀ ਸੰਤਾਂ ਦਾ। ਉੱਥੇ ਉਹ ਦਿੱਲੀ ਗੁਰੂ ਨਾਨਕ ਫਾਊਂਡੇਸ਼ਨ ਦੇ ਅੰਡਰ ਹੈ। ਤੋ ਉਹ ਉੱਥੇ ਅਸੀਂ ਦਾਖਲਾ ਲੈ ਲਿਆ। ਹਾਲੇ ਰਿਜ਼ਲਟ ਨਹੀਂ ਸੀ ਨਿਕਲਿਆ ਮੇਰਾ, ਅਤੇ ਸਾਡੇ ਡਾਇਰੈਕਟਰ ਸਾਹਿਬ ਪਟਨਾ ਸਾਹਿਬ ਗਏ। ਉਹ ਕਹਿੰਦੇ ਜੀ ਭਈ ਸਾਨੂੰ ਕੋਈ ਪ੍ਰੋਫੈਸਰ ਭੇਜੋ ਜਿਹੜਾ ਸਾਡੇ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿੱਚ ਧਰਮ ਪੜ੍ਹਾ ਸਕੇ। ਉਹਨੇ ਡਾਇਰੈਕਟਰ ਸਾਹਿਬ ਨੇ ਮੈਨੂੰ ਆਉਂਦਿਆਂ ਚਿੱਠੀ ਦੇ ਦਿੱਤੀ, ਮੇਰਾ ਰਿਜ਼ਲਟ ਵੀ ਨਹੀਂ ਨਿਕਲਿਆ ਐਵੇਂ ਦਾ ਰਿਜ਼ਲਟ ਹਾਲੇ ਬਾਕੀ ਸੀਗਾ। ਕਹਿੰਦੇ ਸ਼ਮਸ਼ੇਰ ਆ ਚਿੱਠੀ ਲਓ, ਤੁਸੀਂ ਪਟਨਾ ਸਾਹਿਬ ਜਾ ਕੇ ਕਾਲਜ ਜੁਆਇਨ ਕਰੋ, ਤਨਖਾਹ ਨਹੀਂ ਮੰਗਣੀ, ਤੁਹਾਨੂੰ ਸਭ ਕੁਝ ਦੇਣਗੇ। ਮੈਂ ਜੀ ਸਤਵਚਨ। ਮੈਂ ਉੱਥੋਂ MA ਰਿਲੀਜਨ ਕੀਤਾ। MA ਮੈਂ ਪੰਜਾਬੀ ਪਹਿਲਾਂ ਕਰ ਚੁੱਕਾ ਸਾਂ। MA ਰਿਲੀਜਨ ਕੀਤਾ ਅਤੇ ਮੈਂ ਪਟਨਾ ਸਾਹਿਬ ਜਾ ਕੇ ਕਾਲਜ ਜੁਆਇਨ ਕਰ ਲਿਆ। ਪ੍ਰਬੰਧਕ ਨੇ ਮੈਨੂੰ ਬੜਾ ਕੋਆਪਰੇਟ ਕੀਤਾ, ਸਾਰਾ ਕੁਝ ਮੈਨੂੰ ਫਰੀ ਦੇ ਦਿੱਤਾ, ਦਫ਼ਤਰ, ਸੇਵਾਦਾਰ, ਟੈਲੀਫੋਨ ਵਗੈਰਾ ਵਗੈਰਾ। ਤੋ ਮੈਂ ਨਾ ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਕੀਤਾ। 16-17 ਜੱਜ ਆਏ ਮੇਘਾਲਿਆ, ਮਿਜ਼ੋਰਮ ਤੋਂ,
all there were Christian gentlemen. ਉਹ ਗਵਰਨਮੈਂਟ ਆਫ ਇੰਡੀਆ ਦਾ ਇੱਕ ਹੈਗਾ ਡਿਪਾਰਟਮੈਂਟ ਹੈ ਕਲਚਰਲ ਐਕਸਚੇਂਜ। ਸਾਡਾ ਸੱਭਿਆਚਾਰ ਆ ਉਹਨੂੰ ਆਦਾਨ ਪ੍ਰਦਾਨ ਕਰਨ ਲਈ ਅਸੀਂ ਆਪਣੇ ਜਿਹੜੇ ਆਫਿਸਰ ਬੜੇ ਇੰਟੈਲੀਜੈਂਟ ਆ ਉਹਨਾਂ ਨੂੰ ਅਸੀਂ ਦੂਸਰੀਆਂ ਸਟੇਟਾਂ 'ਚ ਭੇਜਦੇ ਹਾਂ। ਤਾਂ ਉਹਨਾਂ ਨੂੰ ਪਹਿਲਾਂ ਭੇਜ ਦਿੱਤਾ ਬਿਹਾਰ 'ਚ। ਤਾਂ ਬਿਹਾਰ ਗੌਰਮੈਂਟ ਸਰਦਾਰ ਸ਼ੰਕਰ ਰੇ ਜੀ ਬੰਗਾਲੀ ਸੀਗਾ, ਉਸ ਚੀਫ ਮਿਨਿਸਟਰ ਸੀਗੇ। ਉਹ ਕਹਿੰਦਾ ਸਿੱਖਾਂ ਦੇ ਟੈਂਪਲ 'ਚ ਲੈ ਜਾਓ ਉਹਨਾਂ ਨੂੰ, ਉੱਥੇ ਦਰਸ਼ਨ ਕਰਾਉਣਗੇ, ਨਾਲੇ ਲਿਟਰੇਚਰ ਦੇਣਗੇ, ਨਾਲੇ ਤੁਹਾਨੂੰ ਲੰਗਰ ਛਕਾਉਣਗੇ, ਨਾਲੇ ਤੁਹਾਨੂੰ ਚਾਹ ਪਿਆਉਣਗੇ ਅਤੇ ਨਾਲੇ ਤੁਹਾਨੂੰ ਅਰਾਊਂਡ ਕਰਾ ਲੈਣਗੇ ਦਰਬਾਰ ਗੁਰੂ ਮਹਾਰਾਜ ਬਰਥ ਪਲੇਸ ਆਫ ਗੁਰੂ ਗੋਬਿੰਦ ਸਿੰਘ ਮਹਾਰਾਜ। ਜਦੋਂ ਮੈਂ ਕਾਲਜ ਸਾਹਿਬ ਮੈਨੂੰ ਟੈਲੀਫੋਨ ਚੱਲ ਗਿਆ ਅਤੇ ਮੈਂ ਆ ਗਿਆ ਪ੍ਰਬੰਧਕਾਂ ਦੇ ਕਹਿਣ 'ਤੇ। ਉਹ ਆਏ 16-17 ਜੱਜ ਮੈਘਾਲਿਆ, ਮਿਜ਼ੋਰਮ ਵਗੈਰਾ ਜਿਹੜੀ ਈਸਟਰਨ ਸਟੇਟਸ ਨੇ। ਉਹ ਕਹਿੰਦੇ ਸਿੰਘ ਸਾਹਿਬ ਸਾਨੂੰ ਇਹ ਦੱਸੋ, ਅਸੀਂ ਲੰਗਰ ਵੀ ਛਕ ਲਿਆ, ਤੁਸੀਂ ਸਾਨੂੰ ਖਿਲਾ, ਤੁਸੀਂ ਚਾਹ ਵੀ ਪਿਆਤੀ, ਅਰਾਊਂਡ ਵੀ ਖਿਲਾਤਾ, ਦੱਸ ਵੀ ਦਿੱਤਾ, ਕੋਈ ਰਿਟਰਨ ਲਿਟਰੇਚਰ ਹੈਗਾ? ਮੈਂ ਕਿਹਾ ਜੀ ਮੈਂ ਹੁਣੇ ਪੰਜਾਬ ਤੋਂ ਆਇਆ ਪਟਿਆਲਾ ਯੂਨੀਵਰਸਿਟੀ ਤੋਂ, ਰਿਟਰਨ ਲਿਟਰੇਚਰ ਪਟਨਾ ਸਾਹਿਬ ਦੇ ਬਾਰੇ ਹਾਲੇ ਕੁਛ ਨਹੀਂ ਹੈਗਾ, ਅਤੇ ਮੈਂ ਤੁਹਾਨੂੰ ਇਹਦੀ ਬਰੀਫ ਹਿਸਟਰੀ ਪਟਨਾ ਸਾਹਿਬ ਦੀ ਲਿਖ ਕੇ ਮਹੀਨੇ ਦੇ ਅੰਦਰ ਅੰਦਰ ਭੇਜੂੰਗਾ। ਅਤੇ ਮੈਨੂੰ ਇੱਕ ਕਿਉਰਿਓਸਿਟੀ ਹੋਈ ਮੇਰੇ ਮਨ 'ਚ, ਇੱਕ ਮੈਨੂੰ ਟੱਚ ਕੀਤਾ ਕਿ ਜਿਹੜੇ ਸਾਡੇ ਆਉਂਦੇ ਬਾਹਰੋਂ ਸੱਜਣ ਜਿਗਿਆਸੂ ਨੌਨ ਸਿੱਖ, ਉਹਨਾਂ ਨੂੰ ਅਸੀਂ ਸਿੱਖ ਧਰਮ ਕਿੱਦਾਂ ਫੈਲਾ ਸਕਦੇ ਹਾਂ। ਤੋ ਮੈਂ ਨਾ ਉਹ ਸਿਲਡ ਹੋ ਕੇ ਉੱਥੇ ਖੁਦਾਬਖਸ਼ ਲਾਇਬ੍ਰੇਰੀ ਆ ਪਟਨਾ ਯੂਨੀਵਰਸਿਟੀ ਦੇ ਵਿੱਚ ਹੈ। ਪਟਨਾ ਯੂਨੀਵਰਸਿਟੀ ਬਹੁਤ ਵੱਡਾ ਏਰੀਆ, ਤੁਹਾਡੇ ਇੱਕ ਸਮਝੋ 4 ਕਿਲੋਮੀਟਰ ਇਹਨੂੰ, 10 ਕਿਲੋਮੀਟਰ ਇਹਨੂੰ, 15 ਕਿਲੋਮੀਟਰ ਇਹਨੂੰ। ਅਤੇ ਉਹ ਉੱਥੇ ਉਹਨਾਂ ਨੇ ਉਹ ਸਾਰਾ ਹੀ ਲਾਇਬ੍ਰੇਰੀ 'ਚ ਮੈਨੂੰ ਕੋਆਪਰੇਟ ਬੜਾ ਕੀਤਾ ਉਹਨਾਂ ਨੇ। ਤੋ ਮੈਂ ਜੀ ਉਹ ਲਾਇਬ੍ਰੇਰੀ 'ਚ ਜਾ ਕੇ ਮਿਹਨਤ ਕਰਕੇ ਜਿਵੇਂ ਮੈਂ ਪਟਨਾ ਸਾਹਿਬ ਦੇ ਉੱਪਰ ਲਿਖਣ ਲੱਗਾ, ਮੈਨੂੰ ਡਾਕੂਮੈਂਟ ਮਿਲੇ, ਲਿਟਰੇਚਰ ਮਿਲਿਆ, ਪਟਨਾ ਯੂਨੀਵਰਸਿਟੀ 'ਚੋਂ ਮੈਨੂੰ ਮਿਲਿਆ। ਅਤੇ ਮੈਂ ਮਹੀਨੇ ਦੇ ਅੰਦਰ ਪੈਫਲੇਟ ਪਹਿਲਾਂ ਪੰਜਾਬੀ 'ਚ ਫਿਰ ਅੰਗਰੇਜ਼ੀ 'ਚ, ਅਤੇ ਮੈਂ ਉਹ ਸਾਰੇ ਜੱਜਾਂ ਨੂੰ ਭੇਜ ਦਿੱਤਾ ਇੱਕ ਬੰਡਲ 20-25 ਕਾਪੀਆਂ ਪ੍ਰਿੰਟ ਕਰਾ ਕੇ, ਟਾਈਪ ਕਰਾ ਕੇ। ਬੜੇ ਖੁਸ਼ ਹੋਏ। ਤੋ ਕਹਿਣ ਦਾ ਮਤਲਬ ਹੈ ਕਿੱਥੇ ਮੈਘਾਲਿਆ ਈਸਟਰਨ ਸਟੇਟਸ ਨੇ, ਕਿੱਥੇ ਉਹਨਾਂ ਸਿੱਖ ਟੈਂਪਲ ਆ ਕੇ ਦੇਖਿਆ, ਪਹਿਲੀ ਵਾਰ ਦੇਖਿਆ। ਕ੍ਰਿਸਚਨ ਆਲ ਦੇ ਵਰ ਕ੍ਰਿਸਚਨ, ਕਨਵਰਟਡ ਕ੍ਰਿਸਚਨ। ਉਹ ਲੋਕ ਐਸੇ ਸਰ ਈਸਾਈ ਧਰਮ ਦਾ ਜ਼ੋਰ ਸੀ, ਉਹਨਾਂ ਨੇ ਆ ਕੇ ਉੱਥੇ ਆਪਣੇ ਗਿਰਜੇ ਖੋਲ੍ਹੇ ਅਤੇ ਉਹਨਾਂ ਨੇ ਉਹ ਉੱਥੇ ਸਾਰਾ ਕ੍ਰਿਸਚਨਟੀ ਨੂੰ ਪ੍ਰਾਪਤ ਕੀਤਾ। ਤੋ ਕਹਿਣ ਦਾ ਮਤਲਬ ਹੈ ਕਿ ਜਿਹੜੇ ਸਾਡੇ ਗੁਰੂ ਅਮਰਦਾਸ ਪਾਤਸ਼ਾਹ ਨੇ ਮੰਜੀਦਾਰ ਸੀਗੇ, ਕੀ ਉੱਥੇ ਗੁਰੂ ਅਮਰਦਾਸ ਪਾਤਸ਼ਾਹ ਆਪ ਗਏ ਸੀ? ਕੀ ਉੱਥੇ ਗੁਰੂ ਨਾਨਕ ਸਾਹਿਬ ਆਪ ਗਏ ਸੀ? ਨਹੀਂ। ਜਿਹੜੇ 50 ਪਿਆਰਿਆਂ ਨੇ ਅੰਮ੍ਰਿਤ ਛਕਿਆ, ਉੱਥੇ ਗੁਰੂ ਨਾਨਕ ਸਾਹਿਬ ਆਪ ਗਏ ਸੀਗੇ, ਗੁਰੂ ਗੋਬਿੰਦ ਸਿੰਘ ਆਪ ਗਏ ਸੀ। ਗੁਰੂ ਨਾਨਕ ਸਾਹਿਬ ਜੀ ਆਪਣੇ 22 ਸਾਲ ਯਾਤਰਾਵਾਂ ਦੇ ਵਿੱਚ 31,000 ਕਿਲੋਮੀਟਰ, ਪ੍ਰੋਫੈਸਰ ਸਾਹਿਬ ਨੇ ਲਿਖਿਆ 31,000 ਮੀਲ, 31,000 ਮੀਲ ਮਹਾਰਾਜ ਨੇ ਪੈਦਲ ਯਾਤਰਾ ਕੀਤੀ ਮਰਦਾਨੇ ਨਾਲ ਲੈ ਕੇ। ਉਹ ਜਿਹੜੇ ਸਿੱਖੀ ਮਤਲਬ ਸਹਿਜਧਾਰੀ ਸਿੱਖ ਸੀਗੇ, ਉਹ ਕਦੀ ਕਦਾਈ ਗੁਰੂ ਘਰ ਆਉਂਦੇ ਸੀ, ਜੁੜੇ ਹੋਏ ਸਨ। ਜਦੋਂ ਦਸਮ ਪਾਤਸ਼ਾਹ ਨੇ ਇਹ ਸਲੋਗਨ ਦਿੱਤਾ ਕਿ ਅੰਮ੍ਰਿਤ ਛਕਣ ਦਾ ਅਸੀਂ ਸਿੱਖ ਸਾਜਣੇ ਹਾਂ, ਅਤੇ ਉਹ ਆਸੇ ਆਸੇ ਉਹਨੇ ਸਿੱਖੀ ਧਾਰਨ ਕਰ ਲਈ ਸੀ। ਕਿਹੜੇ ਵੇਲੇ ਦੀ ਗੱਲ ਹੈ? ਗੁਰੂ ਨਾਨਕ ਸਾਹਿਬ ਦੇ ਵੇਲੇ ਦੀ। ਤੋ ਕਹਿਣ ਦਾ ਮਤਲਬ ਹੈ ਰੰਗ ਲਾਗਤ 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 ਹੈ, ਪਾਪ ਭਾਗਤ 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 ਹੈ। ਇਹ ਗੁਰਬਾਣੀ ਦਾ ਰੰਗ, ਗੁਰਮਤਿ ਦਾ ਰੰਗ, ਇਹ ਜਿਗਿਆਸਾ, ਇਹ ਸਾਨੂੰ ਮਤਲਬ ਸਿੱਖਣ ਦੀ। ਤੁਸੀਂ ਘਰ ਦੇ ਕੰਮ ਛੱਡ ਕੇ ਵੀ ਆਇਓ, ਅੱਜ ਛੁੱਟੀ ਵਾਲੇ ਦਿਨ, ਇਸ ਕਰਕੇ ਚਲੋ ਗੁਰਦੁਆਰੇ ਚੱਲਦੇ ਹਾਂ। ਤੋ ਇੱਕ ਲਗਨ ਬਣਾਉਣੀ ਹੋਣੀ ਚਾਹੀਦੀ ਆ, ਅਤੇ ਉਹ ਤੁਸੀਂ ਮੈਂ ਉੱਥੇ ਫਿਰ ਪਟਨਾ ਸਾਹਿਬ ਮੈਂ ਪ੍ਰਬੰਧਨ ਨੂੰ ਕਿਹਾ ਇੱਥੇ ਇੱਕ ਮੈਗਜ਼ੀਨ ਸ਼ੁਰੂ ਕਰੋ। ਉਹ ਕਹਿੰਦੇ ਜੀ ਠੀਕ ਆ, ਸਾਡੇ ਕੋਲ ਬੰਦਾ ਤਾਂ ਹੈ ਨਹੀਂ, ਤੁਸੀਂ ਜੀ ਕਰ ਸਕਦੇ। ਮੈਂ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ 'ਚ ਟਰਾਈ ਲੈਂਗੁਏਜ ਗੋਬਿੰਦ ਪ੍ਰਕਾਸ਼ ਮੈਂ 7 ਸਾਲ ਚਲਾਇਆ। ਅਲਟੀਮੇਟਲੀ ਮੈਂ ਦੇਖਿਆ ਵੀ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ, ਜਿਹੜੇ ਉਹ ਕਾਰਵਾਈ ਲਿਖਦੇ ਸੀ ਨਾ ਪ੍ਰਬੰਧਕ ਕਮੇਟੀ ਦੀ, ਤਾਂ ਮੈਨੂੰ ਬੁਲਾ ਲਿਆ ਸਕਦੇ, ਡਾਕਟਰ ਸਾਹਿਬ ਨੂੰ ਬੁਲਾ ਲਓ, ਪ੍ਰੋਫੈਸਰ ਨੂੰ ਬੁਲਾ ਲਓ, ਪੰਜਾਬੀ 'ਚ ਲਿਖਣਗੇ, ਸਾਨੂੰ ਤਾਂ ਪੰਜਾਬੀ ਲਿਖਣੀ ਨਹੀਂ ਆਉਂਦੀ। ਟਰੱਕਾਂ ਦੇ ਮਾਲਕ, ਵੱਡੀਆਂ ਵੱਡੀਆਂ ਗੱਡੀਆਂ, ਕਾਰੋਬਾਰੀ ਐਨੀ ਸਭ ਪੰਜਾਬ ਤੋਂ ਗਏ ਸਨ, ਅਤੇ ਉਹ ਟਰਾਂਸਪੋਰਟਰ ਸੀਗੇ। ਅਤੇ ਜਦੋਂ ਮੈਂ ਅੰਦਰ ਮੀਟਿੰਗ 'ਚ ਬੈਠਦਾ ਸੀਗਾ, ਮੈਂ ਹੈਰਾਨ ਸੀਗਾ ਕਿਸੇ ਨੂੰ ਪੰਜਾਬੀ ਤੱਕ ਨਹੀਂ ਆਉਂਦੀ, ਅਤੇ ਇਹ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ। ਤੋ ਇਸ ਲਈ ਤੁਸੀਂ ਵੇਖੋਗੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਛਕਾਇਆ, ਉਹਨਾਂ ਨੂੰ ਸਹਿਜਧਾਰੀ ਸਿੱਖ ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ, ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਇੰਨੀਆਂ ਯਾਤਰਾਵਾਂ ਕੀਤੀਆਂ। ਗੁਰੂ ਅਮਰਦਾਸ ਪਾਤਸ਼ਾਹ ਵੇਲੇ ਮੰਜੀ ਸਿਸਟਮ ਅਤੇ ਮਸੰਦ ਸਿਸਟਮ ਅਤੇ ਪ੍ਰਚਾਰਕ
ਕਿੱਥੇ ਕਿੱਥੇ ਤੱਕ ਗਏ ਸੀ। ਇਹ ਗੁਰਮਤਿ ਦਾ ਜਿਹੜਾ ਇੱਕ ਸਿਸਟਮ ਹੈ ਸਿੱਖਣ ਦਾ, ਇਤਿਹਾਸ, ਗੁਰਬਾਣੀ, ਜਿਗਿਆਸਾ, ਕਮਿਟਮੈਂਟ, ਸ਼ਰਧਾ ਅਤੇ ਉਹਦਾ ਇਹ ਤੁਸੀਂ ਵੇਖ ਲਓ ਕਿ ਮੈਂ ਦੇਖਿਆ ਵੀ ਮੈਂ ਪਟਿਆਲੇ ਤੋਂ ਆ ਗਿਆ ਅਤੇ ਉਹ ਸਾਨੂੰ ਪਟਨਾ ਯੂਨੀਵਰਸਿਟੀ ਦਾ ਸਰਕੂਲਰ ਆ ਗਿਆ। ਪਟਨਾ ਯੂਨੀਵਰਸਿਟੀ ਸਭ ਤੋਂ ਵੱਡੀ ਯੂਨੀਵਰਸਿਟੀ ਆ, 4 ਯੂਨੀਵਰਸਿਟੀਆਂ ਬਿਹਾਰ 'ਚ। ਪਟਨਾ ਯੂਨੀਵਰਸਿਟੀ ਦਰਭੰਗਾ ਹਾਊਸ ਵਿੱਚ, ਮਹਾਰਾਜਾ ਦਰਭੰਗਾ ਦੇ ਹਾਊਸ ਵਿੱਚ ਯੂਨੀਵਰਸਿਟੀ ਆ, ਮੇਨ ਸੈਂਟਰ 'ਚ ਆ ਪਟਿਆਲੇ ਦੇ। ਤੂੰ ਸਰਕੂਲਰ ਆ ਗਿਆ ਵੀ ਜਿਹੜੇ ਨਵੇਂ ਲੈਕਚਰਰ ਕਾਲਜਾਂ 'ਚ ਆਏ ਨੇ, ਜਦ ਤੱਕ ਉਹ PhD ਨਹੀਂ ਕਰਦੇ ਤਾਂ ਉਹਨਾਂ ਨੂੰ ਨਾ ਤਾਂ ਇਨਕਰੀਮੈਂਟ ਲੱਗਣੀ ਆ, ਨਾ ਪ੍ਰਮੋਸ਼ਨ ਹੋਣੀ ਆ। ਮੈਂ ਕਿਹਾ ਮੈਂ ਪੰਜਾਬ ਤੋਂ ਹੋ ਕੇ ਬੜੀ ਵੱਡੀ ਗਲਤੀ ਕੀਤੀ ਕਿ ਨਾ ਮੇਰੀ ਇਨਕਰੀਮੈਂਟ ਲੱਗਣੀ ਆ, ਕਿਉਂਕਿ ਮੈਂ PhD ਤਾਂ ਹੈ ਨਹੀਂ, ਡਾਕਟਰ ਦੀ ਡਿਗਰੀ ਹੈ ਨਹੀਂ ਮੇਰੇ ਪਾਸ, ਅਤੇ ਨਾ ਮੇਰੀ ਪ੍ਰਮੋਸ਼ਨ ਹੋਣੀ, ਨਾ ਮੈਨੂੰ ਗ੍ਰੇਡ ਮਿਲਣਾ। ਮੈਂ ਜਾ ਕੇ ਪ੍ਰਬੰਧਕਾਂ ਨਾਲ ਗੱਲ ਕੀਤੀ, ਮੈਂ ਜੀ ਮੇਰਾ ਤਾਂ ਕੈਰੀਅਰ ਬਰਬਾਦ ਹੋ ਜਾਣਾ ਇੱਥੇ। ਕਹਿੰਦੇ ਕਿਉਂ? ਮੈਂ ਕਿਹਾ ਮੇਰੇ ਪਾਸ ਡਿਗਰੀ ਹੈ ਨਹੀਂ। ਕਾਲਜ ਦਾ ਇਨਫੋਰਮੇਸ਼ਨ ਲੈਟਰ ਆ ਗਿਆ ਕਿ ਨਵੇਂ ਜਿਹੜੇ ਲੈਕਚਰ ਰੱਖੇ ਨੇ ਟੀਚਰ, ਉਹਨਾਂ ਦੀਆਂ ਕੁਆਲੀਫਿਕੇਸ਼ਨਾਂ ਬੇਸਿਕ ਹੋਣੀਆਂ ਚਾਹੀਦੀਆਂ। ਮੈਂ ਪਟਨਾ ਯੂਨੀਵਰਸਿਟੀ ਧੱਕੇ ਖਾਂਦਾ ਰਿਹਾ 6 ਮਹੀਨੇ, ਮੈਨੂੰ ਕੋਈ ਗਾਈਡ ਨਾ ਮਿਲੇ ਜਿਹਨੇ ਮੈਨੂੰ PhD ਕਰਾਉਣੀ ਸੀ। ਅਲਟੀਮੇਟਲੀ ਮੈਡਮ ਬੰਗਾਲੀ ਲੇਡੀ ਸੀ, ਹੈਡ ਆਫ ਦੀ ਡਿਪਾਰਟਮੈਂਟ, ਉਹ ਸੀਗੇ ਜਿੱਥੇ ਸੀਤਾ ਦਾ ਜਨਮ ਹੋਇਆ ਨਾ, ਉਹ ਮੈਥਲੀ ਬ੍ਰਾਹਮਣ ਸੀ, ਉਹ ਬੜੇ ਇੰਟੈਲੀਜੈਂਟ ਹੁੰਦੇ ਆ, ਬਾਰਡਰ ਲਾਈਨ 'ਤੇ ਨੇਪਾਲ ਦੇ ਕੋਲ। ਤਾਂ ਉਹ ਮੈਨੂੰ ਕਹਿੰਦੇ ਸਿੰਘ ਸਾਹਿਬ ਆਉਂਦੇ ਆ ਬਰਾਬਰ ਵਿਚਾਰੇ, ਗਵਰਨਮੈਂਟ ਕਾਲਜ ਨਵੇਂ ਪ੍ਰੋਫੈਸਰ ਆਏ ਨੇ, ਬਈ ਇਹਨਾਂ ਨੂੰ ਕੋਆਪਰੇਟ ਕਰੋ। ਉਹ ਕੋਈ ਮੇਰਾ ਗਾਈਡ ਬਣਨ ਨੂੰ ਤਿਆਰ ਨਹੀਂ ਸੀਗਾ, ਬੜੀਆਂ ਦਿੱਕਤਾਂ ਆਈਆਂ। ਅਲਟੀਮੇਟਲੀ ਬਨਾਰਸ ਯੂਨੀਵਰਸਿਟੀ ਦੇ ਇੱਕ ਵਿਦਵਾਨ ਹਿੰਦੀ 'ਚ ਉਹਨਾਂ ਨੇ ਕਬੀਰ 'ਤੇ ਕੰਮ ਕੀਤਾ ਸੀਗਾ, ਅਤੇ ਕਬੀਰ 'ਤੇ ਕੰਮ ਕਰਨ ਵਾਲੇ ਸੱਜਣ ਨੇ ਕਹਿੰਦੇ ਜੀ ਕੋਈ ਨਹੀਂ। ਮੈਂ ਡਾਕਟਰ ਸਾਹਿਬ ਬੇਨਤੀ ਸੁਣੋ, ਕੰਮ ਮੈਂ ਕਰਨਾ, ਮੈਂ ਪੰਜਾਬੀ 'ਚ ਨਹੀਂ ਲਿਖੂੰਗਾ, ਮੈਂ ਇੰਗਲਿਸ਼ ਵਿੱਚ ਲਿਖੂੰਗਾ, ਤੁਸੀਂ ਗਾਈਡ ਦੇ ਤੌਰ 'ਤੇ ਐਡਜਸਟ ਕਰ ਦਿਓ। ਕਹਿੰਦੇ ਕੋਈ ਨਹੀਂ। ਮੈਂ ਤੋ ਕਹਿਣ ਦਾ ਮਤਲਬ ਜ਼ਿੰਦਗੀ 'ਚ ਸਟਰਗਲ ਕਰਨੀ ਪੈਂਦੀ ਆ। ਜੇ ਤੁਸੀਂ ਗੁਰਬਾਣੀ ਸਿੱਖਣੀ ਆ, ਇਤਿਹਾਸ ਸਿੱਖਣਾ, ਕੰਪੈਰੇਟਿਵ ਸਟੱਡੀ ਸਿੱਖਣੀ ਆ, ਅਤੇ ਮਿਥਿਹਾਸ ਜਿਹੜੀ ਆ ਉਹ ਮਿਥਿਹਾਸ ਨੂੰ ਵੀ ਛਾਣਬੀਨ ਕਰਨੀ ਪੈਣੀ ਕਿ ਇਹ 'ਤੇ ਇਤਿਹਾਸ ਕੀ ਆ, ਮਿਥਿਹਾਸ ਕੀ ਆ। ਅਤੇ ਬਾਕੀ ਧਰਮਾਂ ਦੇ ਨਾਲ ਸਾਡਾ ਜਿਹੜਾ ਸਿੱਖ ਧਰਮ ਹੈ, ਛੋਟਾ ਧਰਮ ਹੁੰਦਿਆਂ ਹੋਇਆਂ ਵੀ ਸਭ ਤੋਂ ਛੋਟੀ ਉਮਰ ਦਾ ਧਰਮ ਹੈ ਸਾਡਾ ਸਿੱਖ ਧਰਮ। ਲੇਕਿਨ ਸਾਡੀਆਂ ਕਮਜ਼ੋਰੀਆਂ ਜਿਹੜੀਆਂ ਅਸੀਂ ਗੱਲਾਂ ਕਰਦੇ, ਸ਼ਰਮ ਵੀ ਆਉਂਦੀ ਆ ਕਿ ਅਸੀਂ ਜਵਾਹਰ ਲਾਲ ਨਹਿਰੂ ਨੇ ਡਿਸਕਵਰੀ ਆਫ ਇੰਡੀਆ, ਜਵਾਹਰ ਲਾਲ ਨਹਿਰੂ ਨੇ ਡਿਸਕਵਰੀ ਆਫ ਇੰਡੀਆ ਲਿਖੀ ਆ ਇੰਗਲਿਸ਼ ਵਿੱਚ ਕਿਤਾਬ। ਉਹਨੇ ਸਿੱਖਾਂ ਦੇ ਬਾਰੇ ਲਿਖਿਆ ਕਿ ਸਿੱਖ ਬੜੇ ਬਹਾਦਰ ਨੇ, ਮਿਹਨਤੀ ਨੇ ਅਤੇ ਜਿਗਿਆਸੂ ਵੀ ਨੇ। ਕਹਿੰਦਾ ਲੜਦੇ ਬਹੁਤ ਨੇ, ਇੱਕ ਲਾਈਨ ਇਹ ਵੀ ਲਿਖੀ ਉਹਨਾਂ ਵਿੱਚ, ਕਹਿੰਦੇ ਲੜਦੇ ਬਹੁਤ ਨੇ, ਪਤਾ ਨਹੀਂ ਸਾਡੇ ਖੂਨ ਜਾਨ 'ਚ ਇਹ ਹੈ। ਤੋ ਕਹਿਣ ਦਾ ਮਤਲਬ ਹੈ ਸਾਨੂੰ ਸਮਾਤੀ ਬਖਸ਼ੇ ਰੱਬ। ਅਤੇ ਮੈਂ ਤੁਹਾਨੂੰ ਇਸ ਗੱਲ ਦੀ ਬਹੁਤ ਬਹੁਤ ਮੁਬਾਰਕ ਦਿੰਦਾ, ਪਹਿਲਾ ਦਿਨ ਆ ਮੇਰਾ। ਅਤੇ ਭਾਵੇਂ ਮੈਂ ਪੰਜਾਬ ਯੂਨੀਵਰਸਿਟੀ ਨਾਲ, ਫਤਿਹਗੜ੍ਹ ਵਰਲਡ ਸਿੱਖ ਯੂਨੀਵਰਸਿਟੀ ਨਾਲ ਜੁੜਿਆ ਹੋਇਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਮੈਂ ਜੁੜਿਆ ਹੋਇਆ, ਆਪਣੀ ਯੂਨੀਵਰਸਿਟੀ 'ਚ ਮੈਂ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ 'ਤੇ ਪੜ੍ਹਾਉਂਦਾ ਰਹਿੰਦਾ, ਕਿਉਂਕਿ ਪ੍ਰੋਫੈਸਰ ਕਦੀ ਰਿਟਾਇਰ ਨਹੀਂ ਹੁੰਦਾ, ਸਿੱਧੀ ਗੱਲ ਹੈ। ਮਹਾਰਾਜ ਸੇਧ ਦੇਣ, ਸਮਰੱਥਾ ਦੇਣ, ਅਤੇ ਪ੍ਰੋਫੈਸਰ ਕਦੀ ਰਿਟਾਇਰ ਨਹੀਂ ਹੁੰਦਾ। ਅਤੇ ਇਸ ਲਈ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ, ਤੁਸੀਂ ਜਿਗਿਆਸੂ ਹੋ, ਤੁਸੀਂ ਦਾਖਲਾ ਲਿਆ, ਵੱਧ ਤੋਂ ਵੱਧ ਪਹਿਲਾਂ ਗੁਰਬਾਣੀ ਨੂੰ ਸਿੰਪਲ ਲੈਵਲ 'ਤੇ ਅੰਡਰਸਟੈਂਡ ਕਰੋ, ਉਹਦੀ ਮੀਨਿੰਗ ਸਿੰਪਲ ਲੈਵਲ 'ਤੇ, ਅੱਛੇ ਵਿਦਵਾਨਾਂ ਦੇ ਜਿਹੜੇ ਮੀਨਿੰਗ ਸਿੰਪਲ ਕਰੋ, ਅੰਡਰਸਟੈਂਡ ਕਰੋ। ਫਿਰ ਉਹ 'ਚ ਗ੍ਰਾਮਰ ਦੀ ਲੋੜ ਪਊਗੀ ਤਾਂ ਗ੍ਰਾਮਰ ਥੋੜ੍ਹੀ ਬੜੀ ਔਖੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਜਦੋਂ ਆਪਣੇ ਬੇਟੇ ਕੋਲ ਪਟਿਆਲੇ ਸੀਗੇ, 3 ਮਹੀਨੇ ਰਹੇ, ਉਹ 3 ਮਹੀਨੇ ਸਾਨੂੰ ਪੜ੍ਹਾਉਣ ਆਉਂਦੇ ਰਹੇ, 3-3 ਘੰਟੇ ਦੀ ਕਲਾਸ, 3-3 ਘੰਟੇ। ਕਿਸੇ ਪ੍ਰੋਫੈਸਰ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਭਾਈ ਸਾਹਿਬ 1 ਘੰਟੇ ਦੀ ਕਲਾਸ ਹੈ, ਤੁਸੀਂ 3 ਘੰਟੇ। ਉਹਨਾਂ ਨੂੰ ਸਟੈਂਡਿੰਗ ਸੀਗਾ ਵੀ ਜਿੰਨਾ ਚਿਰ ਪ੍ਰੋਫੈਸਰ ਸਾਹਿਬ ਪੜ੍ਹਾਉਣ, ਕਲਾਸ ਲੈਣ, ਛੁੱਟੀ। ਤੋ 3-3 ਘੰਟੇ ਕਲਾਸ ਹੈ। ਤੋ ਅੱਜ ਉਹਨਾਂ ਨੂੰ ਡਿਗਰੀ ਮਿਲੀ, ਸਭ ਤੋਂ ਵੱਡੀ ਡਿਗਰੀ ਹੈ ਐਜੂਕੇਸ਼ਨ ਦੇ ਵਿੱਚ, D.Litt, ਡਾਕਟਰ ਆਫ ਲਿਟਰੇਚਰ। ਤਾਂ ਪਰਿਵਾਰ ਵੱਡਾ ਵੀ ਸੀ, ਗਰੀਬ ਵੀ ਸੀਗੇ। ਭਾਈ ਸਾਹਿਬ ਖੱਦਰ ਦੇ ਕੁੜਤੇ ਪਹਿਨਦੇ ਸੀ, ਕਦੀ ਪ੍ਰੈਸ ਵੀ ਨਹੀਂ ਸੀ ਕੀਤੇ, ਲੇਕਿਨ ਕਿਤਾਬਾਂ ਲਿਖਣ ਦੇ ਵਿੱਚ, ਅੰਡਰਸਟੈਂਡ ਕਰਨ ਦੇ ਵਿੱਚ ਸਾਰੀ ਜ਼ਿੰਦਗੀ ਲਾਤੀ। ਤੋ ਗੌਰਮੈਂਟ ਨੇ ਸਿਰਫ ਸੋਚਿਆ ਵੀ ਸਾਨੂੰ ਡਿਗਰੀ ਤਾਂ ਦੇਣ ਵਾਸਤੇ ਰਿਕਮੈਂਡੇਸ਼ਨ ਹੋਈ ਹੈ ਗਵਰਨਰ ਸਾਹਿਬ ਦੀ ਕਿ ਇਹਨਾਂ ਨੂੰ ਡਿਗਰੀ ਦਿੱਤੀ ਜਾਵੇ। ਉਹਨੇ ਕਿਹਾ ਵੀ ਇਹਨਾਂ ਨੂੰ ਕੋਈ ਰਿਸਰਚ ਤਾਂ ਕੀਤੀ ਨਹੀਂ, ਗੁਰਬਾਣੀ ਵਿਆਕਰਨ ਲਿਖੀ ਹੈ ਇਹਨਾਂ ਨੇ, ਇਹਦੇ ਉੱਪਰ ਅਸੀਂ ਡਿਗਰੀ ਦੇ ਸਕਦੇ ਹਾਂ। ਦੇਖੋ, ਜੇ ਕਿਸੇ ਨੇ ਬਲੈਸ ਕਰਨਾ ਹੋਵੇ ਨਾ, ਕਿਸੇ ਨੇ ਦੇਣਾ ਹੋਵੇ ਨਾ, ਅਤੇ ਉਹ ਸਾਧਨ ਹੋ ਜਾਂਦੇ ਨੇ। ਅਤੇ ਪ੍ਰੋਫੈਸਰ ਸਾਹਿਬ ਨੂੰ ਜਿਹੜੀ ਡਿਗਰੀ ਦਿੱਤੀ, ਠੀਕ ਹੈ, ਥੈਂਕ ਯੂ। ਅਤੇ ਉਹ ਡਿਗਰੀ ਦਿੱਤੀ, ਅਤੇ ਉਹਨਾਂ ਨੇ ਇਸ ਗੱਲ ਦਾ ਪਰਿਵਾਰ ਨੇ ਕਿਹਾ ਬਾਪੂ ਜੀ, ਪਾਪਾ ਜੀ ਕਹਿੰਦੇ ਸਨ, ਬਿਹਾਰ ਪਾਕਿਸਤਾਨ ਦੇ ਰਹਿਣ ਵਾਲੇ ਸੀ, ਬੇਸਿਕਲੀ ਹਿੰਦੂ ਪਰਿਵਾਰ ਨਾਲ ਜੁੜੇ ਹੋਏ ਸਨ, ਬ੍ਰਾਹਮਣ ਸਨ, ਨੱਥ ਪਹਿਨਦੇ ਸੀ,
ਜੰਮਦੇ ਨੇ ਉਹਦੇ ਬੱਚੇ ਨੱਥ ਪਾ ਦਿੰਦੇ, ਅਤੇ ਉੱਥੋਂ ਨੱਥੂ ਰਾਮ ਸੀ ਉਹਨਾਂ ਦਾ ਨਾਂ। ਅਤੇ ਪ੍ਰੋਫੈਸਰ ਸਾਹਿਬ ਸਿੰਘ ਦਾ ਪਹਿਲਾ ਨਾਂ ਨੱਥੂ ਰਾਮ ਸੀਗਾ। ਸਾਡੇ ਨਾਲ ਬੜੀਆਂ ਖੁੱਲੀਆਂ ਗੱਲਾਂ ਕਰ ਲੈਂਦੇ ਸੀ, 3-3 ਘੰਟੇ ਅਸੀਂ ਕਲਾਸ ਲੈ ਹੁੰਦੇ। ਅਤੇ ਮੈਂ ਕਿਹਾ, ਉਹ ਪਰਿਵਾਰ ਕਹਿੰਦਾ ਕਿ ਬਾਪੂ ਜੀ, ਪਿਤਾ ਜੀ, ਤੁਸੀਂ ਗਵਰਨਰ ਸਾਹਿਬ ਨੇ ਤੁਹਾਨੂੰ ਡਿਗਰੀ ਦੇਣੀ ਆ, ਤੁਸੀਂ ਇਹ ਖੱਦਰ ਦੇ ਕੱਪੜੇ ਪਾਏ ਹੋਏ ਨੇ। ਉਹ ਕਹਿੰਦੇ ਵੀ ਮੈਂ ਸਾਰੀ ਉਮਰ ਖੱਦਰ ਦੇ ਕੱਪੜੇ ਪਾਇਆ, ਹੁਣ ਅੱਜ ਨਵੀਂ ਗੱਲ ਆ ਹੈ। ਬਿਲਕੁਲ ਓਪਨਲੀ ਬੜੇ ਬਲੰਟ ਆਦਮੀ ਸਨ ਉਹ। ਤੋ ਬੇਨਤੀ ਇਹੀ ਆ, ਪ੍ਰੋਫੈਸਰ ਸਾਹਿਬ ਸਿੰਘ ਦੀ ਡਿਗਰੀ ਜਿਹੜੀ ਮਿਲੀ ਆ, ਉਹਨਾਂ ਨੂੰ ਗੁਰਬਾਣੀ ਉੱਪਰ ਡਿਗਰੀ ਮਿਲੀ ਆ, ਪਰ ਉਹਨਾਂ ਦੀ ਗ੍ਰਾਮਰ ਇੰਨੀ ਅੰਡਰਸਟੈਂਡੇਬਲ ਹੈ ਨਹੀਂ ਕਿ ਤੁਸੀਂ ਪਹਿਲੀ ਸਟੇਜ 'ਤੇ ਉਹਨੂੰ ਅੰਡਰਸਟੈਂਡ ਕਰ ਲਓਗੇ। ਅਤੇ ਜਪਜੀ ਸਾਹਿਬ ਦੇ ਹੋਰ ਵੀ ਗੁਰਬਾਣੀ ਦੇ ਟੀਕੇ ਹੋਏ ਨੇ। ਸ਼੍ਰੋਮਣੀ ਕਮੇਟੀ ਨੇ ਭਾਵੇਂ ਸ਼ਬਦਾਰਥ ਛਾਪਿਆ, ਮੇਰੇ ਪਾ ਆਪਣੀ ਪਰਸਨਲ ਜਿਹੜੀ ਮੇਰੀ ਲਾਇਬ੍ਰੇਰੀ ਆ, 3000 ਕਿਤਾਬ ਆ ਮੇਰੇ ਪਾ। ਕੁਰਾਨ ਸ਼ਰੀਫ, ਬਾਈਬਲ, ਹਿੰਦੂ ਧਰਮ ਦੀਆਂ ਸਾਰੀਆਂ ਕਿਤਾਬਾਂ, ਈਸਾਈ ਧਰਮ ਦੀਆਂ ਸਾਰੀਆਂ ਕਿਤਾਬਾਂ, ਇਸਲਾਮ ਦੀਆਂ ਸਾਰੀਆਂ ਕਿਤਾਬਾਂ, ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਾਰੀਆਂ ਕਿਤਾਬਾਂ ਮੇਰੇ ਚਾਰੇ ਟੀਕੇ ਨੇ। ਇੰਗਲਿਸ਼ ਵਿੱਚ ਵੀ ਟੀਕੇ ਨੇ, ਗੁਰਮੁਖ ਵਿੱਚ ਵੀ, ਹਿੰਦੀ ਵਾਲੇ ਵੀ ਟੀਕੇ ਨੇ। ਐਨੀ ਉਹ ਤੋ ਕਹਿਣ ਦਾ ਮਤਲਬ ਹੈ ਕਿ ਜਿਗਿਆਸੂਆਂ ਦੇ ਤੌਰ 'ਤੇ ਪਹਿਲਾਂ ਗੁਰਬਾਣੀ ਨੂੰ ਅੰਡਰਸਟੈਂਡ ਕਰੋ, ਉਹਦੇ ਸਰਲ ਮੀਨਿੰਗ ਜਿਹੜੇ ਆ ਕਿਸੇ ਨੇ ਵਿਦਵਾਨ ਨੇ ਲਿਖੇ ਆ ਉਹ ਪੜ੍ਹੋ, ਫਿਰ ਡਿਸਕਸ਼ਨ ਦੀ ਲੋੜ ਪਵੇ ਤਾਂ ਕਰੋ, ਅਦਰਵਾਈਜ਼ ਤੇ ਉਰੇ ਕਲਿਆਣ ਤਾਂ ਉਰੇ ਹੋ ਜਾਣਾ ਸਾਡਾ। ਸਾਨੂੰ ਅੰਡਰਸਟੈਂਡ ਸ਼ਰਧਾ ਵਾ। ਅਤੇ ਮੰਨ ਲਓ ਮਹਾਰਾਜ ਅਰਦਾਸ ਕਰੋ ਕਿ ਇਹ ਗੁਰਬਾਣੀ ਜਿਹੜੀ ਸਿੱਖਣ ਦੀ ਸਮਰੱਥਾ, ਬੁੱਢੇ ਬਾਰੇ ਸਾਨੂੰ ਜੀਵਨ ਮਿਲਿਆ, ਅਸੀਂ ਸਿੱਖ ਲਈਏ ਅਤੇ ਮਹਾਰਾਜ ਸਿਖਾਉਣਗੇ। ਸਭ ਤੋਂ ਜ਼ਿਆਦਾ ਉਮਰ ਗੁਰੂ ਅਮਰਦਾਸ ਪਾਤਸ਼ਾਹ ਦੀ ਸੀ, ਸਭ ਤੋਂ ਜ਼ਿਆਦਾ। ਦੇਖ ਲਓ ਕਿੰਨੀ ਘਾਲ ਕਾਲੀ ਆ। ਪਿਛਲਾ ਕਰਮ ਜਿਹੜਾ ਅਸੀਂ ਜਾਗਿਆ, ਉਹਨਾਂ ਦੇ ਉਹ ਪੈਰ ਦੇ ਵਿੱਚ ਉਹ ਸੀਗਾ ਚਿੰਨ੍ਹ, ਜਿਹੜਾ ਕਿ ਹਾਂ ਪਦਮ ਸੀ। ਕਿਸੇ ਨੇ ਗੰਗਾ ਤੋਂ ਕਿੰਨੀ ਵਾਰੀ ਗੰਗਾ 'ਚ ਗਏ, ਨਾਲ ਜਾਂਦੇ ਰਹੇ ਲੋਕ, ਅਤੇ ਕਿੰਨੀ ਵਾਰੀ ਗੰਗਾ 'ਚ ਉਹ ਜਿਹੜੇ ਉਹ ਪਿਛਲੇ ਕਰਮਾਂ ਦਾ, ਸ਼ੁਭ ਕਰਮਾਂ ਦਾ ਅੰਕੁਰ ਫੁੱਟਿਆ, ਅਤੇ ਉਹ ਭੇਟੋ ਬਰਾਗੀ, ਉਹਨਾਂ ਨੂੰ ਗੁਰੂ ਮਿਲਿਆ। ਡੈਡੀਕੇਸ਼ਨ ਗੁਰੂ ਰਾਮਦਾਸ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਾਰੀ ਦੇ ਦਿੱਤੀ, ਅਤੇ ਬਖਸ਼ਿਸ਼ਾਂ ਮਿਲੀਆਂ। ਅਤੇ ਉਹਨਾਂ ਦੇ ਉੱਪਰ ਤਾਂ ਗੁਰਬਾਣੀ ਦੇ ਉੱਪਰ ਅਸੀਂ ਕਿਤਾਬਾਂ ਟੀਕੇ ਦੇਖੇ ਆ, ਪਰ ਜਿਹੜੇ ਬੱਚੇ ਨੂੰ ਅਸੀਂ ਥੀਸਿਸ ਕਰਾਉਂਦੇ ਨਾ ਗੁਰਬਾਣੀ ਦੇ ਵਿੱਚ, ਉਹ ਬੱਚੇ ਤਾਂ ਨਕਲ ਨੁਕਲ ਮਾਰ ਕੇ ਕਰਦੇ, ਸਿੱਧੀ ਗੱਲ ਹੈ। ਅਤੇ ਉਹ ਕੋਈ ਸਰਚ ਨਹੀਂ ਕਰਦੇ, ਉਹਨਾਂ ਦਾ ਨਕਲ ਮਾਰਨ ਤੋਂ ਬਾਅਦ ਹੀ ਹੋ ਜਾਂਦਾ ਵੀ ਵਾਕਈ ਬੜਾ ਗੂੜ੍ਹ ਗਿਆਨ ਹੈ, ਇਹਨੂੰ ਅੰਡਰਸਟੈਂਡ ਕਰੀਏ ਆਪਾਂ। ਤੋ ਬੇਨਤੀ ਮੇਰੀ ਅੱਜ ਇਹੀ ਆ ਕਿ ਤੁਸੀਂ ਚੰਗੀ ਗੱਲ ਆ ਕਲਾਸ ਅਟੈਂਡ ਕਰਦੇ ਹੋ, ਅਤੇ ਮੈਂ ਸਮਾਂ ਟਾਈਮ ਕੱਢ ਕੇ ਵੀ ਆ ਸਕਦਾ। ਮੈਂ ਫਿਲੋਸਫੀ, ਗੁਰਬਾਣੀ, ਕੰਪੈਰੇਟਿਵ, ਅਤੇ ਉਹਨਾਂ ਦੇ ਜੀਵਨ ਦੇ ਵਿੱਚ ਸਾਡੀ ਕੀ ਉਹਦਾ ਸੋਰਸ ਹੈ, ਕੀ ਉਹਦੀ ਅਪਰੋਚ ਹੈ, ਕੀ ਉਹਦੀ ਪ੍ਰੋਗਰੈਸ ਹੈ, ਉਹ ਮੈਂ ਕਰਾਉਣ ਦਾ ਵਚਨਬੱਧ ਹਾਂ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬਾ ਜੀ ਸਲਿੱਪ ਦੇ ਕੇ ਕਹਿੰਦੇ ਟੀ ਬ੍ਰੇਕ ਹੈ, ਹਾਂਜੀ, ਅਤੇ ਇਸ ਲਈ ਮੈਂ ਥੋੜ੍ਹਾ ਜਿਹਾ ਕਰਾ ਵੀ ਦਿਆਂਗਾ, ਟੀ ਬ੍ਰੇਕ ਤੋਂ ਬਾਅਦ ਥੋੜ੍ਹਾ ਜਿਹਾ ਕਰਾ ਵੀ ਦਿਆਂਗਾ। ਲੇਕਿਨ ਮੈਂ ਗੁਰੂ ਅਮਰਦਾਸ ਪਾਤਸ਼ਾਹ ਦੇ ਆਨੰਦ ਸਾਹਿਬ ਦੇ ਉੱਪਰ ਇੱਕ ਕਲੈਕਟਿਵ ਤੁਹਾਨੂੰ ਦੇਣਾ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਕਲੈਕਟਿਵ ਅਪਰੋਚ ਹੈ, ਉਹ 'ਚ ਇਤਿਹਾਸ ਵੀ ਆ, ਮਿਥਿਹਾਸ ਵੀ ਆ, ਜੀਵਨ ਦੀਆਂ ਘਟਨਾਵਾਂ ਵੀ ਨੇ। ਉਹ ਜੀਵਨ ਦੀ ਜਿਹੜੀ ਘਟਨਾ ਹੁੰਦੀ ਆ, ਉਹ ਬੜੀ ਦਰਦਨਾਕ ਇੱਕ ਅਪਰੋਚ ਹੁੰਦੀ ਆ, ਉਹ ਤੁਹਾਨੂੰ ਵੀ ਟੱਚ ਕਰੇਗੀ, ਤੁਹਾਡੀ ਸਾਈਕੀ ਨੂੰ, ਮਾਨਸਿਕਤਾ ਨੂੰ ਟੱਚ ਕਰੇਗੀ। ਤੁਸੀਂ ਪੜ੍ਹ ਕੇ ਦੇਖੋ। ਹਾਂ, ਇਹ ਗੱਲ ਮੰਨਣ ਵਾਲੇ, ਜਿਹੜਾ ਇਹ ਟਰਨਿੰਗ ਪੁਆਇੰਟ ਹੈ ਨਾ ਜ਼ਿੰਦਗੀ ਦਾ, ਭਾਵੇਂ ਤੁਹਾਡੇ ਇਸ ਅਵਸਥਾ 'ਚ ਹੀ ਆਇਆ ਕਿ ਆਪਾਂ ਗੁਰਬਾਣੀ ਸਿੱਖ ਲਈਏ, ਇਹ ਟਰਨਿੰਗ ਪੁਆਇੰਟ ਆਫ ਦੀ ਲਾਈਫ। ਇਹ ਬੁਢੇਪੇ ਬਾਰੇ ਵੀ ਉਹਨਾਂ 84-87 ਸਾਲ ਦੀ ਉਮਰ 'ਚ ਆ ਸਕਦਾ ਸੀ, ਤਾਂ ਸਾਡੇ ਕਿਉਂ ਨਹੀਂ ਆਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਹਾਂ, ਆਪਾਂ ਇੱਕ ਕਲਾਸ ਲਊਂਗਾ ਮੈਂ। ਹਾਂ, ਹਾਂਜੀ। ਦੇ ਨਾਲ ਸਾਨੂੰ ਗੁਰਮਤ ਨਾਲ ਵੀ ਜੋੜ ਦਿੱਤਾ ਅਤੇ ਦੱਸ ਵੀ ਦਿੱਤਾ ਹੈ ਕਿ ਮਹਾਰਾਜ ਜੀ ਦੇਖੋ ਕਿੰਨੀ ਕਿਰਪਾ ਹੈ ਇਹਨਾਂ 'ਤੇ, ਇਸ ਉਮਰ ਦੇ ਵਿੱਚ ਵੀ ਇੱਥੇ ਵੀ ਪਹੁੰਚੇ ਹਨ। ਕਿੰਨੀਆਂ ਕੁ ਡਿਗਰੀਆਂ ਇਹਨਾਂ ਨੇ ਪ੍ਰਾਪਤ ਕੀਤੀਆਂ ਹੋਈਆਂ ਹਨ। ਕੁਝ ਸਾਡੇ ਨਾਲ ਜੋ ਇਹਨਾਂ ਨੇ ਸਾਂਝ ਕੀਤੀ ਹੈ, ਜੋ ਸਾਡੇ ਕੋਲ ਅੱਜ ਮੇਨ ਜੋ ਇਹਨਾਂ ਨੇ ਸਾਡੇ ਨਾਲ ਇਹ ਵਿਚਾਰ ਜੋ ਸਰਵਣ ਕਰਾਉਣੇ ਹਨ, ਦੱਸਣਾ ਹੈ ਸਾਨੂੰ ਆਨੰਦ ਸਾਹਿਬ ਬਾਰੇ ਵੀ 21ਵੀਂ ਅਤੇ 22ਵੀਂ ਪੌੜੀ, 23, 24 ਜੋ ਵੀ ਮਹਾਰਾਜ ਇਹਨਾਂ ਪਾਸੋਂ ਇਹ ਆਪ ਹੀ ਜੋ ਸ਼ਬਦ ਇੰਨੇ ਬੋਲੇ ਨੇ, ਇਹ ਕੋਈ ਸੋਚ ਕੇ ਥੋੜ੍ਹੀ ਆਏ ਸੀ ਕਿ ਮੈਂ ਇੰਨਾ ਕੁਝ ਇੱਥੇ ਬੋਲਣਾ ਹੈ। ਇਹ ਗੁਰੂ ਸਾਹਿਬ ਦੀ ਜਦੋਂ ਬਖਸ਼ਿਸ਼ ਹੁੰਦੀ, ਜਿਹੜਾ ਸਟੇਜ 'ਤੇ ਆਉਂਦਾ ਹੈ ਨਾ, ਉਹ ਪਤਾ ਨਹੀਂ ਕੀ ਵਿਚਾਰ ਆਪਣੇ ਆਪ ਹੀ ਗੁਰੂ ਸਾਹਿਬ ਨਿਕਲਵਾ ਦਿੰਦੇ ਹਨ।
ਇੰਨੇ ਗੁਰੂ ਸਾਹਿਬ ਦੇ ਨੇੜੇ ਇੰਨੇ ਵਿਚਾਰ, ਇੰਨੀਆਂ ਗੱਲਾਂ, ਇੰਨੀਆਂ ਡਿਗਰੀਆਂ, ਇੰਨਾ ਕੁਝ, ਇਹਨਾਂ ਦੇ ਚਰਨਾਂ 'ਤੇ ਅਸੀਂ ਤੇ ਨਮਸਕਾਰ ਕਰਦੇ ਹਾਂ ਬਾਈ। ਤੋ ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ, ਇਸੇ ਤਰ੍ਹਾਂ ਇਹ ਪੰਥ ਦੀਆਂ, ਕੌਮ ਦੀਆਂ ਵੱਧ ਚੜ੍ਹ ਕੇ ਸੇਵਾਵਾਂ ਕਰਦੇ ਰਹਿਣ, ਇਹ ਮਾਰਗ ਦਰਸ਼ਨ ਕਰਦੇ ਰਹਿਣ ਸੰਗਤਾਂ ਦਾ, ਸਟੂਡੈਂਟਸ ਦਾ। ਜਿਸ ਤਰ੍ਹਾਂ ਇਹ ਦੱਸ ਰਹੇ ਹਨ, ਪਤਾ ਨਹੀਂ ਮਹਾਰਾਜ ਇਹ ਕਿਵੇਂ ਕਰ ਰਹੇ ਹਨ, ਕਿਵੇਂ ਕਰਵਾ ਰਹੇ ਗੁਰੂ ਸਾਹਿਬ, ਇਹ ਆਪ ਹੀ ਜਾਣਦੇ ਹਨ। ਸੋ ਸਮਾਂ ਬਹੁਤ ਹੋ ਚੁੱਕਾ ਹੈ, ਕੁਝ ਕੁ ਸਮਾਂ ਆਪ ਜੀ ਚਾਹ ਪਾਣੀ ਤੋਂ ਲੈਣ ਤੋਂ ਬਾਅਦ ਇਸੇ ਤਰ੍ਹਾਂ ਫਿਰ ਅਸੀਂ ਜੁੜ ਬੈਠਾਂਗੇ। ਇਹ ਆਨੰਦ ਸਾਹਿਬ ਦੇ ਜੋ ਪੌੜੀਆਂ ਦੀ ਵਿਚਾਰ ਕਰਨਗੇ, ਫਿਰ ਇੱਥੇ ਆ ਕੇ ਹੀ ਇਹ ਆਪ ਜੋ ਗੁਰੂ ਸਾਹਿਬ ਕਰਾਉਣਗੇ, ਇਹ ਫਿਰ ਉਸ 'ਤੇ ਵਿਚਾਰ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।